ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਕੋਰੋਨਾ ਦੇ ਇਸ ਕਾਲਖੰਡ ਵਿੱਚ ਪੂਰੀ ਦੁਨੀਆ ਅਨੇਕਾਂ ਪਰਿਵਰਤਨਾਂ ਦੇ ਦੌਰ 'ਚੋਂ ਗੁਜ਼ਰ ਰਹੀ ਹੈ। ਅੱਜ ਜਦੋਂ 2 ਗਜ ਦੀ ਦੂਰੀ ਇੱਕ ਲਾਜ਼ਮੀ ਜ਼ਰੂਰਤ ਬਣ ਗਈ ਹੈ, ਤਾਂ ਇਸੇ ਸੰਕਟ ਕਾਲ ਨੇ ਪਰਿਵਾਰ ਦੇ ਮੈਂਬਰਾਂ ਨੂੰ ਆਪਸ ਵਿੱਚ ਜੋੜਨ ਤੇ ਨਜ਼ਦੀਕ ਲਿਆਉਣ ਦਾ ਕੰਮ ਵੀ ਕੀਤਾ ਹੈ। ਲੇਕਿਨ ਇੰਨੇ ਲੰਮੇ ਸਮੇਂ ਤੱਕ ਇਕੱਠੇ ਰਹਿਣਾ, ਕਿਵੇਂ ਰਹਿਣਾ, ਸਮਾਂ ਕਿਵੇਂ ਬਿਤਾਉਣਾ, ਹਰ ਪਲ ਖੁਸ਼ੀ ਭਰਿਆ ਕਿਵੇਂ ਹੋਵੇ, ਤਾਂ ਕਈ ਪਰਿਵਾਰਾਂ ਨੂੰ ਦਿੱਕਤਾਂ ਆਈਆਂ ਅਤੇ ਉਸ ਦਾ ਕਾਰਨ ਸੀ ਕਿ ਜੋ ਸਾਡੀਆਂ ਰਵਾਇਤਾਂ ਸਨ, ਜੋ ਪਰਿਵਾਰ ਵਿੱਚ ਇੱਕ ਤਰ੍ਹਾਂ ਨਾਲ ਸੰਸਕਾਰ ਵਹਾਅ ਵਗ ਰਿਹਾ ਸੀ, ਉਸ ਦੀ ਕਮੀ ਮਹਿਸੂਸ ਹੋ ਰਹੀ ਹੈ। ਅਜਿਹਾ ਲੱਗ ਰਿਹਾ ਹੈ ਕਿ ਬਹੁਤ ਸਾਰੇ ਪਰਿਵਾਰ ਨੇ ਜਿੱਥੇ ਇਹ ਸਭ ਕੁਝ ਖਤਮ ਹੋ ਚੁੱਕਾ ਹੈ ਅਤੇ ਇਸ ਦੇ ਕਾਰਨ ਉਸ ਕਮੀ ਦੇ ਰਹਿੰਦਿਆਂ ਇਸ ਸੰਕਟ ਦੇ ਸਮੇਂ ਨੂੰ ਬਿਤਾਉਣਾ ਵੀ ਪਰਿਵਾਰਾਂ ਲਈ ਥੋੜ੍ਹਾ ਮੁਸ਼ਕਿਲ ਹੋ ਗਿਆ ਅਤੇ ਉਸ ਵਿੱਚ ਇੱਕ ਮਹੱਤਵਪੂਰਨ ਗੱਲ ਕੀ ਸੀ। ਹਰ ਪਰਿਵਾਰ ਵਿੱਚ ਕੋਈ ਨਾ ਕੋਈ ਬਜ਼ੁਰਗ, ਪਰਿਵਾਰ ਦੇ ਵੱਡੇ ਵਿਅਕਤੀ ਕਹਾਣੀਆਂ ਸੁਣਾਇਆ ਕਰਦੇ ਸਨ ਅਤੇ ਘਰ ਵਿੱਚ ਨਵੀਂ ਪ੍ਰੇਰਨਾ, ਨਵਾਂ ਜੋਸ਼ ਭਰ ਦਿੰਦੇ ਨੇ। ਸਾਨੂੰ ਜ਼ਰੂਰ ਅਹਿਸਾਸ ਹੋਇਆ ਹੋਵੇਗਾ ਕਿ ਸਾਡੇ ਪੁਰਖਿਆਂ ਨੇ ਜੋ ਤਰੀਕੇ ਬਣਾਏ ਸਨ, ਉਹ ਅੱਜ ਵੀ ਕਿੰਨੇ ਮਹੱਤਵਪੂਰਨ ਨੇ ਅਤੇ ਜਦੋਂ ਨਹੀਂ ਹੁੰਦੇ ਤਾਂ ਕਿੰਨੀ ਕਮੀ ਮਹਿਸੂਸ ਹੁੰਦੀ ਹੈ। ਅਜਿਹਾ ਹੀ ਇੱਕ ਤਰੀਕਾ, ਜਿਵੇਂ ਮੈਂ ਕਿਹਾ, ਕਹਾਣੀ ਸੁਣਾਉਣ ਦੀ ਕਲਾ, ਸਟੋਰੀ ਟੈਲਿੰਗ। ਸਾਥੀਓ, ਕਹਾਣੀਆਂ ਦਾ ਇਤਿਹਾਸ ਓਨਾ ਹੀ ਪੁਰਾਣਾ ਹੈ ਜਿੰਨੀ ਕਿ ਮਨੁੱਖੀ ਸੱਭਿਅਤਾ। ਵੇਅਰ ਦੇਅਰ ਇਜ਼ ਅ ਸੋਲ, ਦੇਅਰ ਇਜ਼ ਅ ਸਟੋਰੀ। ਕਹਾਣੀਆਂ ਲੋਕਾਂ ਦੇ ਰਚਨਾਤਮਕ ਅਤੇ ਸੰਵੇਦਨਸ਼ੀਲ ਪੱਖ ਨੂੰ ਸਾਹਮਣੇ ਲਿਆਉਂਦੀਆਂ ਨੇ, ਉਸ ਨੂੰ ਪ੍ਰਗਟ ਕਰਦੀਆਂ ਨੇ। ਕਹਾਣੀ ਦੀ ਤਾਕਤ ਨੂੰ ਮਹਿਸੂਸ ਕਰਨਾ ਹੋਵੇ ਤਾਂ ਜਦੋਂ ਕੋਈ ਮਾਂ ਆਪਣੇ ਛੋਟੇ ਬੱਚੇ ਨੂੰ ਸਵਾਉਣ ਦੇ ਲਈ ਜਾਂ ਫਿਰ ਉਸ ਨੂੰ ਖਾਣਾ ਖਵਾਉਣ ਦੇ ਲਈ ਕਹਾਣੀ ਸੁਣਾ ਰਹੀ ਹੁੰਦੀ ਹੈ, ਤਾਂ ਵੇਖੋ। ਮੈਂ ਆਪਣੇ ਜੀਵਨ ਵਿੱਚ ਬਹੁਤ ਲੰਮੇ ਸਮੇਂ ਤੱਕ ਇੱਕ ਯਾਤਰੂ, ਅ ਵਾਂਡਰਿੰਗ ਐਸਕੈਟਿਕ ਦੇ ਰੂਪ ਵਿੱਚ ਰਿਹਾ। ਘੁੰਮਣਾ ਹੀ ਮੇਰੀ ਜ਼ਿੰਦਗੀ ਸੀ। ਹਰ ਦਿਨ ਨਵਾਂ ਪਿੰਡ, ਨਵੇਂ ਲੋਕ, ਨਵੇਂ ਪਰਿਵਾਰ। ਪਰ ਜਦੋਂ ਮੈਂ ਪਰਿਵਾਰਾਂ ਵਿੱਚ ਜਾਂਦਾ ਸੀ ਤਾਂ ਮੈਂ ਬੱਚਿਆਂ ਨਾਲ ਜ਼ਰੂਰ ਗੱਲਬਾਤ ਕਰਦਾ ਸੀ ਅਤੇ ਕਦੇ-ਕਦੇ ਬੱਚਿਆਂ ਨੂੰ ਕਹਿੰਦਾ ਸੀ ਕਿ ਚਲੋ ਬਈ, ਮੈਨੂੰ ਕੋਈ ਕਹਾਣੀ ਸੁਣਾਓ। ਤਾਂ ਮੈਂ ਹੈਰਾਨ ਸੀ। ਬੱਚੇ ਮੈਨੂੰ ਕਹਿੰਦੇ ਸਨ, ਨਹੀਂ ਅੰਕਲ, ਕਹਾਣੀ ਨਹੀਂ, ਅਸੀਂ ਚੁਟਕਲਾ ਸੁਣਾਵਾਂਗੇ। ਅਤੇ ਮੈਨੂੰ ਵੀ ਉਹ ਇਹੀ ਕਹਿੰਦੇ ਸਨ ਕਿ ਅੰਕਲ, ਤੁਸੀਂ ਸਾਨੂੰ ਚੁਟਕਲਾ ਸੁਣਾਓ। ਯਾਨੀ ਕਿ ਉਹਨਾਂ ਨੂੰ ਕਹਾਣੀ ਦੀ ਕੋਈ ਜਾਣਕਾਰੀ ਨਹੀਂ ਸੀ। ਜ਼ਿਆਦਾਤਰ ਚੁਟਕਲਿਆਂ ਬਾਰੇ ਹੀ ਉਹ ਜਾਣੂ ਸਨ। ਸਾਥੀਓ, ਭਾਰਤ ਵਿੱਚ ਕਹਾਣੀ ਕਹਿਣ ਦੀ, ਜਾਂ ਕਹੋ ਕਿੱਸਾ-ਗੋਈ ਦੀ, ਇੱਕ ਅਮੀਰ ਰਵਾਇਤ ਰਹੀ ਹੈ। ਸਾਨੂੰ ਫ਼ਖਰ ਹੈ ਕਿ ਅਸੀਂ ਇਸ ਦੇਸ਼ ਦੇ ਵਾਸੀ ਹਾਂ, ਜਿੱਥੇ ਹਿਤੋਪਦੇਸ਼ ਅਤੇ ਪੰਚਤੰਤਰ ਦੀ ਪਰੰਪਰਾ ਰਹੀ ਹੈ, ਜਿੱਥੇ ਕਹਾਣੀਆਂ ਵਿੱਚ ਪਸ਼ੂਆਂ, ਪੰਛੀਆਂ ਅਤੇ ਪਰੀਆਂ ਦੀ ਕਾਲਪਨਿਕ ਦੁਨੀਆ ਰਚੀ ਗਈ ਤਾਂ ਕਿ ਵਿਵੇਕ ਅਤੇ ਬੁੱਧੀਮਾਨੀ ਦੀਆਂ ਗੱਲਾਂ ਨੂੰ ਆਸਾਨੀ ਨਾਲ ਸਮਝਾਇਆ ਜਾ ਸਕੇ। ਸਾਡੇ ਇੱਥੇ ਕਥਾ ਦੀ ਪਰੰਪਰਾ ਰਹੀ ਹੈ। ਇਹ ਧਾਰਮਿਕ ਕਹਾਣੀਆਂ ਕਹਿਣ ਦਾ ਪੁਰਾਣਾ ਢੰਗ-ਤਰੀਕਾ ਹੈ। ਇਸ ਵਿੱਚ ਕਥਾ-ਕਾਲ-ਕਸ਼ੇਵਮ ਵੀ ਸ਼ਾਮਿਲ ਰਿਹਾ। ਸਾਡੇ ਇੱਥੇ ਤਰ੍ਹਾਂ-ਤਰ੍ਹਾਂ ਦੀਆਂ ਲੋਕ ਕਥਾਵਾਂ ਪ੍ਰਚਲਿਤ ਨੇ। ਤਮਿਲਨਾਡੂ ਅਤੇ ਕੇਰਲ ਵਿੱਚ ਕਹਾਣੀ ਸੁਣਾਉਣ ਦੀ ਬਹੁਤ ਰੋਚਕ ਰਵਾਇਤ ਹੈ। ਇਸ ਨੂੰ ਵਿਲੂਪਾਟ ਕਿਹਾ ਜਾਂਦਾ ਹੈ। ਇਸ ਵਿੱਚ ਕਹਾਣੀ ਅਤੇ ਸੰਗੀਤ ਦਾ ਬਹੁਤ ਹੀ ਦਿਲਖਿੱਚਵਾਂ ਮੇਲ ਹੁੰਦਾ ਹੈ। ਭਾਰਤ ਵਿੱਚ ਕਠਪੁਤਲੀ ਦੀ ਜੀਵੰਤ ਪਰੰਪਰਾ ਵੀ ਰਹੀ ਹੈ। ਇਨ੍ਹੀਂ ਦਿਨੀਂ ਸਾਇੰਸ ਅਤੇ ਸਾਇੰਸ ਫਿਕਸ਼ਨ ਨਾਲ ਜੁੜੀਆਂ ਕਹਾਣੀਆਂ ਅਤੇ ਕਹਾਣੀਆਂ ਕਹਿਣ ਦਾ ਢੰਗ ਹਰਮਨ-ਪਿਆਰਾ ਹੋ ਰਿਹਾ ਹੈ। ਮੈਂ ਵੇਖ ਰਿਹਾ ਕਿ ਕਈ ਲੋਕ ਕਿੱਸਾ-ਗੋਈ ਦੀ ਕਲਾ ਨੂੰ ਅੱਗੇ ਵਧਾਉਣ ਦੇ ਲਈ ਸ਼ਲਾਘਾਯੋਗ ਪਹਿਲ ਕਰ ਰਹੇ ਨੇ। ਮੈਨੂੰ gaathastory.in ਵਰਗੀਆਂ ਵੈੱਬਸਾਈਟ ਦੇ ਬਾਰੇ ਵਿੱਚ ਵੀ ਜਾਣਕਾਰੀ ਮਿਲੀ, ਜਿਸ ਨੂੰ ਅਮਰ ਵਿਆਸ ਬਾਕੀ ਲੋਕਾਂ ਦੇ ਨਾਲ ਮਿਲ ਕੇ ਚਲਾਉਂਦੇ ਨੇ। ਅਮਰ ਵਿਆਸ IIM ਅਹਿਮਦਾਬਾਦ ਤੋਂ MBA ਕਰਨ ਤੋਂ ਬਾਅਦ ਵਿਦੇਸ਼ਾਂ ਵਿੱਚ ਚਲੇ ਗਏ, ਫਿਰ ਵਾਪਸ ਆਏ। ਇਸ ਵੇਲੇ ਬੈਂਗਲੁਰੂ ਵਿੱਚ ਰਹਿੰਦੇ ਨੇ ਅਤੇ ਸਮਾਂ ਕੱਢ ਕੇ ਕਹਾਣੀ ਨਾਲ ਜੁੜਿਆ ਹਰ ਤਰ੍ਹਾਂ ਦਾ ਰੋਚਕ ਕੰਮ ਕਰ ਰਹੇ ਨੇ। ਕਈ ਅਜਿਹੇ ਯਤਨ ਵੀ ਨੇ ਜੋ ਦਿਹਾਤੀ ਭਾਰਤ ਦੀਆਂ ਕਹਾਣੀਆਂ ਨੂੰ ਖੂਬ ਪ੍ਰਚਲਿਤ ਕਰ ਰਹੇ ਨੇ। ਵੈਸ਼ਾਲੀ ਵਿਵਹਾਰੇ ਦੇਸ਼ਪਾਂਡੇ ਵਰਗੇ ਕਈ ਲੋਕ ਨੇ ਜੋ ਇਸ ਨੂੰ ਮਰਾਠੀ ਵਿੱਚ ਵੀ ਹਰਮਨ-ਪਿਆਰਾ ਬਣਾ ਰਹੇ ਨੇ।
ਚੇਨਈ ਦੀ ਸ਼੍ਰੀ ਵਿਦਿਆਵੀਰ ਰਾਘਵਨ ਵੀ ਸਾਡੀ ਸੰਸਕ੍ਰਿਤੀ ਨਾਲ ਜੁੜੀਆਂ ਕਹਾਣੀਆਂ ਨੂੰ ਪ੍ਰਚਾਰਿਤ ਪ੍ਰਸਾਰਿਤ ਕਰਨ ਵਿੱਚ ਜੁਟੀ ਹੈ। ਉੱਥੇ ਹੀ ਕਥਾਲਯ ਅਤੇ ਇੰਡੀਅਨ ਸਟੋਰੀ ਟੈਲਿੰਗ ਨੈੱਟਵਰਕ ਨਾਮ ਦੀਆਂ ਦੋ ਵੈੱਬਸਾਈਟ ਵੀ ਇਸ ਖੇਤਰ ਵਿੱਚ ਜ਼ਬਰਦਸਤ ਕੰਮ ਕਰ ਰਹੀਆਂ ਨੇ। ਗੀਤਾ ਰਾਮਾਨੁਜਨ ਨੇ kathalaya.org ਵਿੱਚ ਕਹਾਣੀਆਂ ਨੂੰ ਕੇਂਦਰਿਤ ਕੀਤਾ ਹੈ। ਉੱਥੇ ਹੀ ਦ ਇੰਡੀਅਨ ਸਟੋਰੀ ਟੈਲਿੰਗ ਨੈੱਟਵਰਕ ਦੇ ਜ਼ਰੀਏ ਵੀ ਵੱਖ-ਵੱਖ ਸ਼ਹਿਰਾਂ ਦੇ ਸਟੋਰੀ ਟੈਲਰਜ਼ ਦਾ ਨੈੱਟਵਰਕ ਤਿਆਰ ਕੀਤਾ ਜਾ ਰਿਹਾ ਹੈ। ਬੈਂਗਲੁਰੂ ਵਿੱਚ ਇੱਕ ਵਿਕਰਮ ਸ਼੍ਰੀਧਰ ਨੇ ਜੋ ਬਾਪੂ ਨਾਲ ਜੁੜੀਆਂ ਕਹਾਣੀਆਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਨੇ। ਹੋਰ ਵੀ ਕਈ ਲੋਕ ਇਸ ਖੇਤਰ ਵਿੱਚ ਕੰਮ ਕਰ ਰਹੇ ਹੋਣਗੇ। ਤੁਸੀਂ ਜ਼ਰੂਰ ਉਹਨਾਂ ਦੇ ਬਾਰੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰੋ। ਅੱਜ ਸਾਡੇ ਨਾਲ ਬੈਂਗਲੁਰੂ ਸਟੋਰੀ ਟੈਲਿੰਗ ਸੁਸਾਇਟੀ ਦੀ ਭੈਣ ਅਪਰਨਾ ਅਥਰਿਆ ਅਤੇ ਹੋਰ ਮੈਂਬਰ ਜੁੜੇ ਨੇ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਉਹਨਾਂ ਦੇ ਅਨੁਭਵ। ਹੈਲੋ। ਨਮਸਕਾਰ। ਸਤਿਕਾਰਯੋਗ ਪ੍ਰਧਾਨ ਮੰਤਰੀ ਜੀ, ਕਿਵੇਂ ਹੋ ਤੁਸੀਂ? ਮੈਂ ਠੀਕ ਹਾਂ। ਤੁਸੀਂ ਕਿਵੇਂ ਹੋ ਅਪਰਨਾ ਜੀ? ਬਿਲਕੁਲ ਵਧੀਆ ਸਰ ਜੀ। ਸਭ ਤੋਂ ਪਹਿਲਾਂ ਮੈਂ ਬੈਂਗਲੋਰ ਸਟੋਰੀ ਟੈਲਿੰਗ ਸੁਸਾਇਟੀ ਵੱਲੋਂ ਧੰਨਵਾਦ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਵਰਗੇ ਕਲਾਕਾਰਾਂ ਨੂੰ ਇਸ ਮੰਚ 'ਤੇ ਬੁਲਾਇਆ ਹੈ ਅਤੇ ਗੱਲ ਕਰ ਰਹੇ ਹੋ। ਅਤੇ ਮੈਂ ਸੁਣਿਆ ਹੈ ਕਿ ਅੱਜ ਤਾਂ ਸ਼ਾਇਦ ਤੁਹਾਡੀ ਪੂਰੀ ਟੀਮ ਵੀ ਤੁਹਾਡੇ ਨਾਲ ਬੈਠੀ ਹੋਈ ਹੈ। ਜੀ ਜੀ, ਬਿਲਕੁਲ ਸਰ, ਬਿਲਕੁਲ ਸਰ। ਤਾਂ ਚੰਗਾ ਹੋਏਗਾ ਕਿ ਆਪਣੀ ਟੀਮ ਦੀ ਜਾਣ ਪਛਾਣ ਕਰਵਾ ਦਿਓ ਤਾਂ ਕਿ ਮਨ ਕੀ ਬਾਤ ਦੇ ਜੋ ਸਰੋਤਾ ਨੇ ਉਹਨਾਂ ਨੂੰ ਜਾਣਕਾਰੀ ਹੋ ਜਾਏ ਕਿ ਤੁਸੀਂ ਲੋਕ ਕਿੰਨੀ ਵੱਡੀ ਮੁਹਿੰਮ ਚਲਾ ਰਹੇ ਹੋ। ਸਰ, ਮੈਂ ਅਪਰਨਾ ਅਥਰਿਆ ਹਾਂ। ਮੈਂ 2 ਬੱਚਿਆਂ ਦੀ ਮਾਂ ਹਾਂ। ਇੱਕ ਭਾਰਤੀ ਵਾਯੂ ਸੈਨਾ ਦੇ ਅਫਸਰ ਦੀ ਪਤਨੀ ਹਾਂ ਅਤੇ ਇੱਕ ਪੈਸ਼ਨੇਟ ਸਟੋਰੀ ਟੈਲਰ ਹਾਂ ਸਰ। ਸਟੋਰੀ ਟੈਲਿੰਗ ਦੀ ਸ਼ੁਰੂਆਤ 15 ਸਾਲ ਪਹਿਲਾਂ ਹੋਈ ਸੀ, ਜਦੋਂ ਮੈਂ ਸਾਫਟਵੇਅਰ ਇੰਡਸਟਰੀ ਵਿੱਚ ਕੰਮ ਕਰ ਰਹੀ ਸੀ। ਉਦੋਂ ਮੈਂ CSR ਪ੍ਰੋਜੈਕਟਸ ਵਿੱਚ ਵਲੰਟਰੀ ਕੰਮ ਕਰਨ ਦੇ ਲਈ ਜਦੋਂ ਗਈ ਸੀ ਤਾਂ ਹਜ਼ਾਰਾਂ ਬੱਚਿਆਂ ਨੂੰ ਕਹਾਣੀਆਂ ਦੇ ਮਾਧਿਅਮ ਨਾਲ ਸਿੱਖਿਆ ਦੇਣ ਦਾ ਮੌਕਾ ਮਿਲਿਆ ਅਤੇ ਕਹਾਣੀ ਜੋ ਮੈਂ ਦੱਸ ਰਹੀ ਸੀ ਉਹ ਆਪਣੀ ਦਾਦੀ ਮਾਂ ਕੋਲੋਂ ਸੁਣੀ ਸੀ। ਲੇਕਿਨ ਜਦੋਂ ਕਹਾਣੀ ਸੁਣਦੇ ਸਮੇਂ ਮੈਂ ਜੋ ਖੁਸ਼ੀ ਉਹਨਾਂ ਬੱਚਿਆਂ ਵਿੱਚ ਵੇਖੀ, ਮੈਂ ਕੀ ਦੱਸਾਂ ਤੁਹਾਨੂੰ। ਕਿੰਨੀ ਮੁਸਕਰਾਹਟ ਸੀ, ਕਿੰਨੀ ਖੁਸ਼ੀ ਸੀ। ਤਾਂ ਉਸ ਸਮੇਂ ਮੈਂ ਤੈਅ ਕੀਤਾ ਕਿ ਸਟੋਰੀ ਟੈਲਿੰਗ ਮੇਰੇ ਜੀਵਨ ਦਾ ਇੱਕ ਟੀਚਾ ਹੋਵੇਗਾ ਸਰ। ਤੁਹਾਡੀ ਟੀਮ ਵਿੱਚ ਹੋਰ ਕੌਣ ਨੇ ਉੱਥੇ? ਮੇਰੇ ਨਾਲ ਨੇ ਸ਼ੈਲਜਾ ਸੰਪਤ। ਨਮਸਕਾਰ ਸਰ। ਨਮਸਤੇ ਜੀ। ਮੈਂ ਸ਼ੈਲਜਾ ਸੰਪਤ ਗੱਲ ਕਰ ਰਹੀ ਹਾਂ। ਮੈਂ ਤਾਂ ਪਹਿਲਾਂ ਟੀਚਰ ਸੀ। ਉਸ ਤੋਂ ਬਾਅਦ ਜਦੋਂ ਮੇਰੇ ਬੱਚੇ ਵੱਡੇ ਹੋਏ ਤਾਂ ਮੈਂ ਥੀਏਟਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਫਾਈਨਲੀ ਕਹਾਣੀਆਂ ਸੁਣਾਉਣ ਵਿੱਚ ਸਭ ਤੋਂ ਜ਼ਿਆਦਾ ਸੰਤੁਸ਼ਟੀ ਮਿਲੀ। ਧੰਨਵਾਦ। ਮੇਰੇ ਨਾਲ ਸੌਮਿਆ ਹੈ। ਨਮਸਕਾਰ ਸਰ। ਨਮਸਤੇ ਜੀ। ਮੈਂ ਹਾਂ ਸੌਮਿਆ ਸ਼੍ਰੀਨਿਵਾਸਨ। ਮੈਂ ਇੱਕ ਸਾਈਕੋਲੋਜਿਸਟ ਹਾਂ। ਮੈਂ ਜਦੋਂ ਕੰਮ ਕਰਦੀ ਹਾਂ ਬੱਚਿਆਂ ਅਤੇ ਵੱਡਿਆਂ ਦੇ ਨਾਲ, ਉਸ ਵਿੱਚ ਮੈਂ ਕਹਾਣੀਆਂ ਦੁਆਰਾ ਮਨੁੱਖ ਵਿੱਚ ਨਵੀਂ ਜਿਗਿਆਸਾ ਨੂੰ ਜਗਾਉਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਉਸ ਦੇ ਨਾਲ ਚਰਚਾ ਵੀ ਕਰਦੀ ਹਾਂ। ਇਹ ਮੇਰਾ ਟੀਚਾ ਹੈ, ਹੀਲਿੰਗ ਐਂਡ ਟਰਾਂਸਫੋਰਮੇਟਿਵ ਸਟੋਰੀ ਟੈਲਿੰਗ। ਨਮਸਤੇ ਸਰ। ਨਮਸਤੇ ਜੀ। ਮੇਰਾ ਨਾਮ ਅਪਰਨਾ ਜੈਸ਼ੰਕਰ ਹੈ। ਵੈਸੇ ਤਾਂ ਮੇਰਾ ਸੁਭਾਅ ਆ ਗਿਆ ਹੈ ਕਿ ਮੈਂ ਆਪਣੇ ਨਾਨਾ ਨਾਨੀ ਅਤੇ ਦਾਦੀ ਦੇ ਨਾਲ ਇਸ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪਲੀ ਹਾਂ। ਇਸ ਲਈ ਰਮਾਇਣ, ਪੁਰਾਣਾ ਅਤੇ ਗੀਤਾ ਦੀਆਂ ਕਹਾਣੀਆਂ ਮੈਨੂੰ ਵਿਰਾਸਤ ਵਿੱਚ ਹਰ ਰਾਤ ਮਿਲਦੀਆਂ ਸਨ। ਬੈਂਗਲੁਰੂ ਸਟੋਰੀ ਟੈਲਿੰਗ ਸੁਸਾਇਟੀ ਵਰਗੀ ਸੰਸਥਾ ਹੈ ਤਾਂ ਮੈਂ ਤਾਂ ਸਟੋਰੀ ਟੈਲਰ ਬਣਨਾ ਹੀ ਸੀ। ਮੇਰੇ ਨਾਲ ਮੇਰੀ ਸਾਥੀ ਲਾਵਨਿਆ ਪ੍ਰਸਾਦ ਹੈ। ਲਾਵਨਿਆ ਜੀ, ਨਮਸਤੇ। ਨਮਸਤੇ ਸਰ। I am an electrical engineer turned professional storyteller. Sir, I grew up listening to stories from my grandfather. I work with senior citizens in my special project called Roots, where I help them document their life stories for their families. ਲਾਵਨਿਆ ਜੀ, ਤੁਹਾਨੂੰ ਬਹੁਤ-ਬਹੁਤ ਵਧਾਈ। ਅਤੇ ਜਿਵੇਂ ਤੁਸੀਂ ਕਿਹਾ, ਮੈਂ ਵੀ ਇੱਕ ਵਾਰ ਮਨ ਕੀ ਬਾਤ ਵਿੱਚ ਸਭ ਨੂੰ ਕਿਹਾ ਸੀ ਕਿ ਤੁਸੀਂ ਪਰਿਵਾਰ ਵਿੱਚ ਆਪਣੇ ਦਾਦਾ-ਦਾਦੀ, ਨਾਨਾ-ਨਾਨੀ ਨੇ ਤਾਂ ਉਹਨਾਂ ਤੋਂ ਉਹਨਾਂ ਦੇ ਬਚਪਨ ਦੀਆਂ ਕਹਾਣੀਆਂ ਬਾਰੇ ਪੁੱਛੋ ਅਤੇ ਉਸ ਨੂੰ ਟੇਪ ਕਰ ਲਓ, ਰਿਕਾਰਡ ਕਰ ਲਓ। ਬਹੁਤ ਕੰਮ ਆਏਗਾ, ਇਹ ਮੈਂ ਕਿਹਾ ਸੀ। ਲੇਕਿਨ ਮੈਨੂੰ ਚੰਗਾ ਲੱਗਾ ਕਿ ਇੱਕ ਤਾਂ ਤੁਸੀਂ ਸਾਰਿਆਂ ਨੇ ਆਪਣੀ ਜਾਣ ਪਛਾਣ ਦਿੱਤੀ, ਉਸ ਵਿੱਚ ਹੀ ਆਪਣੀ ਕਲਾ, ਆਪਣੀ ਕਮਿਊਨੀਕੇਸ਼ਨ ਸਕਿੱਲ ਅਤੇ ਬਹੁਤ ਹੀ ਘੱਟ ਸ਼ਬਦਾਂ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਆਪੋ ਆਪਣੀ ਜਾਣ ਪਛਾਣ ਕਰਾਈ। ਇਸ ਲਈ ਵੀ ਮੈਂ ਤੁਹਾਨੂੰ ਵਧਾਈ ਦਿੰਦਾ। ਥੈਂਕ ਯੂ ਸਰ, ਥੈਂਕ ਯੂ। ਹੁਣ ਜੋ ਸਾਡੇ ਸਰੋਤਾ ਲੋਕ ਨੇ ਮਨ ਕੀ ਬਾਤ ਦੇ, ਉਹਨਾਂ ਦਾ ਵੀ ਮਨ ਕਰਦਾ ਹੋਵੇਗਾ ਕਹਾਣੀ ਸੁਣਨ ਲਈ।
ਕੀ ਮੈਂ ਤੁਹਾਨੂੰ ਰਿਕੁਐਸਟ ਕਰ ਸਕਦਾ ਕਿ ਇੱਕ ਦੋ ਕਹਾਣੀਆਂ ਸੁਣਾਓ ਤੁਸੀਂ ਲੋਕ? ਜੀ ਬਿਲਕੁਲ, ਇਹ ਤਾਂ ਸਾਡਾ ਸੁਭਾਗ ਹੈ ਜੀ। ਚਲੋ ਚਲੋ ਸੁਣਦੇ ਹਾਂ ਕਹਾਣੀ ਇੱਕ ਰਾਜੇ ਦੀ। ਰਾਜੇ ਦਾ ਨਾਂ ਸੀ ਕ੍ਰਿਸ਼ਨ ਦੇਵ ਰਾਏ ਅਤੇ ਰਾਜ ਦਾ ਨਾਂ ਸੀ ਵਿਜੇਨਗਰ। ਹੁਣ ਰਾਜੇ ਸਾਡੇ ਹੈ ਤਾਂ ਸੀ ਬੜੇ ਗੁਣੀ। ਜੇ ਉਹਨਾਂ ਵਿੱਚ ਕੋਈ ਖੋਟ ਦੱਸਣੀ ਹੀ ਹੈ ਤਾਂ ਉਹ ਸੀ ਜ਼ਿਆਦਾ ਪ੍ਰੇਮ ਆਪਣੇ ਮੰਤਰੀ ਤਨਾਲੀ ਰਾਮਾ ਵੱਲ ਅਤੇ ਦੂਜਾ ਭੋਜਨ ਵੱਲ। ਰਾਜਾ ਜੀ ਹਰ ਦਿਨ ਦੁਪਹਿਰ ਦੇ ਭੋਜਨ ਲਈ ਬੜੀ ਆਸ ਨਾਲ ਬੈਠਦੇ ਸੀ ਕਿ ਅੱਜ ਕੁਝ ਚੰਗਾ ਬਣਿਆ ਹੋਊਗਾ, ਅਤੇ ਹਰ ਦਿਨ ਉਹਨਾਂ ਦੇ ਰਸੋਈਏ ਉਹਨਾਂ ਨੂੰ ਉਹੀ ਬੇਜਾਨ ਸਬਜ਼ੀਆਂ ਖਵਾਉਂਦੇ ਸੀ, ਤੋਰੀ, ਘੀਆ, ਕੱਦੂ, ਟਿੰਡਾ। ਉਫ। ਇਸੇ ਤਰ੍ਹਾਂ ਹੀ ਇੱਕ ਦਿਨ ਰਾਜੇ ਨੇ ਖਾਂਦੇ ਖਾਂਦੇ ਗੁੱਸੇ ਵਿੱਚ ਥਾਲੀ ਸੁੱਟ ਦਿੱਤੀ ਤੇ ਰਸੋਈਏ ਨੂੰ ਹੁਕਮ ਦਿੱਤਾ ਕਿ ਜਾਂ ਤਾਂ ਕੱਲ ਕੋਈ ਦੂਜੀ ਸਵਾਦੀ ਸਬਜ਼ੀ ਬਣਾਈ ਜਾਵੇ, ਨਹੀਂ ਤਾਂ ਕੱਲ ਮੈਂ ਤੈਨੂੰ ਸੂਲੀ ਤੇ ਚਾੜ ਦਿਆਂਗਾ। ਰਸੋਈਆ ਵਿਚਾਰਾ ਡਰ ਗਿਆ। ਹੁਣ ਨਵੀਂ ਸਬਜ਼ੀ ਦੇ ਲਈ ਉਹ ਕਿੱਥੇ ਜਾਵੇ? ਰਸੋਈਆ ਦੌੜਿਆ ਦੌੜਿਆ ਸਿੱਧਾ ਤਨਾਲੀ ਰਾਮਾ ਕੋਲ ਗਿਆ ਅਤੇ ਉਸਨੂੰ ਪੂਰੀ ਕਹਾਣੀ ਸੁਣਾਈ। ਸੁਣ ਕੇ ਤਨਾਲੀ ਰਾਮਾ ਨੇ ਰਸੋਈਏ ਨੂੰ ਉਪਾਅ ਦੱਸਿਆ। ਅਗਲੇ ਦਿਨ ਰਾਜਾ ਦੁਪਹਿਰ ਦੇ ਵੇਲੇ ਭੋਜਨ ਲਈ ਆਇਆ ਤੇ ਰਸੋਈਏ ਨੂੰ ਆਵਾਜ਼ ਦਿੱਤੀ, ਅੱਜ ਕੁਝ ਨਵਾਂ ਸਵਾਦੀ ਬਣਿਆ ਹੈ ਜਾਂ ਸੂਲੀ ਤਿਆਰ ਕਰਾਂ? ਡਰੇ ਹੋਏ ਰਸੋਈਏ ਨੇ ਝਟਪਟ ਥਾਲੀ ਸਜਾਈ ਤੇ ਰਾਜੇ ਦੇ ਲਈ ਗਰਮ-ਗਰਮ ਖਾਣਾ ਪਰੋਸਿਆ। ਥਾਲੀ ਵਿੱਚ ਨਵੀਂ ਸਬਜ਼ੀ ਸੀ। ਰਾਜਾ ਉਤਸ਼ਾਹਤ ਹੋਇਆ ਤੇ ਥੋੜੀ ਜਿਹੀ ਸਬਜ਼ੀ ਖਾ ਕੇ ਵੇਖੀ। ਓਹ ਵਾਹ, ਕਿਆ ਸਬਜ਼ੀ ਸੀ! ਨਾ ਤੋਰੀ ਵਾਂਗ ਸੁੱਕੀ ਸੀ, ਨਾ ਹੀ ਕੱਦੂ ਵਾਂਗ ਮਿੱਠੀ ਸੀ। ਰਸੋਈਏ ਨੇ ਜੋ ਵੀ ਮਸਾਲਾ ਭੁੰਨ ਕੇ ਕੁੱਟ ਕੇ ਪਾਇਆ ਸੀ, ਸਭ ਚੰਗੀ ਤਰ੍ਹਾਂ ਬਣਿਆ ਸੀ। ਉਂਗਲੀਆਂ ਚੱਟਦੇ ਹੋਏ ਸੰਤੁਸ਼ਟ ਰਾਜੇ ਨੇ ਰਸੋਈਏ ਨੂੰ ਬੁਲਾਇਆ ਤੇ ਪੁੱਛਿਆ, ਇਹ ਕਿਹੜੀ ਸਬਜ਼ੀ ਹੈ? ਇਹਦਾ ਨਾਂ ਕੀ ਹੈ? ਜਿਵੇਂ ਸਿਖਾਇਆ ਗਿਆ ਸੀ ਉਵੇਂ ਹੀ ਰਸੋਈਏ ਨੇ ਉੱਤਰ ਦਿੱਤਾ, ਮਹਾਰਾਜ, ਇਹ ਮੁਕਟਧਾਰੀ ਬੈਂਗਣ ਹੈ। ਪ੍ਰਭੂ, ਠੀਕ ਤੁਹਾਡੇ ਵਾਂਗ ਹੀ ਇਹ ਵੀ ਸਬਜ਼ੀਆਂ ਦਾ ਰਾਜਾ ਹੈ ਤੇ ਇਸ ਲਈ ਬਾਕੀ ਸਬਜ਼ੀਆਂ ਨੇ ਬੈਂਗਣ ਨੂੰ ਮੁਕਟ ਪਹਿਨਾਇਆ। ਰਾਜਾ ਖੁਸ਼ ਹੋਇਆ ਤੇ ਐਲਾਨ ਕੀਤਾ ਕਿ ਅੱਜ ਤੋਂ ਅਸੀਂ ਇਹੀ ਮੁਕਟਧਾਰੀ ਬੈਂਗਣ ਖਾਵਾਂਗੇ ਤੇ ਸਿਰਫ ਅਸੀਂ ਹੀ ਨਹੀਂ, ਸਾਡੇ ਰਾਜ ਵਿੱਚ ਵੀ ਸਿਰਫ ਬੈਂਗਣ ਹੀ ਬਣੇਗਾ ਤੇ ਕੋਈ ਹੋਰ ਸਬਜ਼ੀ ਨਹੀਂ ਬਣੇਗੀ। ਰਾਜਾ ਅਤੇ ਪ੍ਰਜਾ ਦੋਵੇਂ ਖੁਸ਼ ਸਨ। ਯਾਨੀ ਪਹਿਲਾਂ ਤਾਂ ਸਾਰੇ ਖੁਸ਼ ਸਨ, ਉਹਨਾਂ ਨੂੰ ਨਵੀਂ ਸਬਜ਼ੀ ਮਿਲੀ ਹੈ। ਜਿਉਂ-ਜਿਉਂ ਦਿਨ ਬੀਤਦੇ ਗਏ, ਸੁਰ ਥੋੜਾ ਮੱਧਮ ਹੁੰਦਾ ਗਿਆ। ਇੱਕ ਘਰ ਵਿੱਚ ਬੈਂਗਣ ਦਾ ਭੜਥਾ ਬਣਦਾ ਤੇ ਦੂਜੇ ਵਿੱਚ ਬੈਂਗਣ ਦੀ ਸਬਜ਼ੀ। ਇੱਕ ਦੇ ਘਰ ਕੱਤੇ ਦਾ ਸਾਂਬਰ ਤੇ ਦੂਸਰੇ ਦੇ ਘਰ ਵਾਂਗੀ ਭਾਤ। ਇੱਕ ਹੀ ਬੈਂਗਣ ਵਿਚਾਰਾ ਕਿੰਨੇ ਰੂਪ ਧਰੇ। ਹੌਲੀ-ਹੌਲੀ ਰਾਜਾ ਵੀ ਤੰਗ ਆ ਗਿਆ। ਹਰ ਦਿਨ ਉਹੀ ਬੈਂਗਣ, ਅਤੇ ਇੱਕ ਦਿਨ ਅਜਿਹਾ ਆਇਆ ਕਿ ਰਾਜੇ ਨੇ ਰਸੋਈਏ ਨੂੰ ਬੁਲਾਇਆ ਤੇ ਖੂਬ ਡਾਂਟਿਆ। ਤੈਨੂੰ ਕਿਸ ਨੇ ਕਿਹਾ ਸੀ ਕਿ ਬੈਂਗਣ ਦੇ ਸਿਰ ਤੇ ਮੁਕਟ ਹੈ? ਇਸ ਰਾਜ ਵਿੱਚ ਅੱਜ ਤੋਂ ਕੋਈ ਬੈਂਗਣ ਨਹੀਂ ਖਾਵੇਗਾ। ਕੱਲ ਤੋਂ ਬਾਕੀ ਕੋਈ ਸਬਜ਼ੀ ਬਣਾਉਣਾ, ਪਰ ਬੈਂਗਣ ਨਾ ਬਣਾਉਣਾ। ਜਿਵੇਂ ਤੁਹਾਡੀ ਆਗਿਆ ਮਹਾਰਾਜ, ਕਹਿ ਕੇ ਰਸੋਈਆ ਸਿੱਧਾ ਤਨਾਲੀ ਰਾਮਾ ਦੇ ਕੋਲ ਗਿਆ। ਤਨਾਲੀ ਰਾਮਾ ਦੇ ਪੈਰਾਂ ਤੇ ਡਿੱਗ ਕੇ ਕਿਹਾ, ਮੰਤਰੀ ਜੀ, ਧੰਨਵਾਦ, ਤੁਸੀਂ ਸਾਡੀ ਜਾਨ ਬਚਾ ਲਈ। ਤੁਹਾਡੇ ਸੁਝਾਅ ਦੀ ਵਜ੍ਹਾ ਨਾਲ ਹੁਣ ਅਸੀਂ ਕੋਈ ਵੀ ਸਬਜ਼ੀ ਰਾਜਾ ਜੀ ਨੂੰ ਖਵਾ ਸਕਦੇ ਹਾਂ। ਤਨਾਲੀ ਰਾਮਾ ਨੇ ਹੱਸਦੇ ਹੋਏ ਕਿਹਾ ਕਿ ਉਹ ਮੰਤਰੀ ਹੀ ਕੀ ਜੋ ਰਾਜੇ ਨੂੰ ਖੁਸ਼ ਨਾ ਰੱਖ ਸਕੇ। ਤੇ ਇਸੇ ਤਰ੍ਹਾਂ ਕ੍ਰਿਸ਼ਨ ਦੇਵ ਰਾਏ ਅਤੇ ਮੰਤਰੀ ਤਨਾਲੀ ਰਾਮਾ ਦੀਆਂ ਕਹਾਣੀਆਂ ਬਣਦੀਆਂ ਗਈਆਂ, ਲੋਕ ਸੁਣਦੇ ਗਏ। ਧੰਨਵਾਦ। ਤੁਹਾਡੀ ਗੱਲ ਵਿੱਚ ਐਗਜ਼ੈਕਟਨੈਸ ਸੀ, ਇੰਨੀਆਂ ਬਾਰੀਕੀਆਂ ਨੂੰ ਫੜਿਆ। ਮੈਂ ਸਮਝਦਾ ਬੱਚੇ ਵੱਡੇ ਜੋ ਵੀ ਸੁਣਨਗੇ ਕੁਝ ਚੀਜ਼ਾਂ ਨੂੰ ਯਾਦ ਰੱਖਣਗੇ। ਬਹੁਤ ਵਧੀਆ ਢੰਗ ਨਾਲ ਤੁਸੀਂ ਦੱਸਿਆ। ਅਤੇ ਵਿਸ਼ੇਸ਼ ਕੋਇੰਸੀਡੈਂਸ ਅਜਿਹਾ ਹੈ ਕਿ ਦੇਸ਼ ਵਿੱਚ ਪੋਸ਼ਣ ਮਹੀਨਾ ਚੱਲ ਰਿਹਾ ਅਤੇ ਤੁਹਾਡੀ ਕਥਾ ਭੋਜਨ ਨਾਲ ਜੁੜੀ ਹੋਈ ਹੈ। ਅਤੇ ਮੈਂ ਜ਼ਰੂਰ ਇਹ ਜੋ ਸਟੋਰੀ ਟੈਲਰਸ ਤੁਸੀਂ ਲੋਕ ਹੋ ਜਾਂ ਹੋਰ ਵੀ ਲੋਕ ਨੇ, ਸਾਨੂੰ ਕਿਸ ਤਰ੍ਹਾਂ ਨਾਲ ਸਾਡੇ ਦੇਸ਼ ਦੀ ਨਵੀਂ ਪੀੜ੍ਹੀ ਨੂੰ ਸਾਡੇ ਮਹਾਨ ਮਹਾਂਪੁਰਸ਼, ਮਹਾਨ ਮਾਂ ਭੈਣਾਂ ਜੋ ਹੋ ਚੁੱਕੀਆਂ ਨੇ, ਕਹਾਣੀ ਦੇ ਮਾਧਿਅਮ ਨਾਲ ਕਿਵੇਂ ਉਹਨਾਂ ਨਾਲ ਜੁੜਿਆ ਜਾਵੇ। ਅਸੀਂ ਕਥਾ ਸ਼ਾਸਤਰ ਨੂੰ ਹੋਰ ਜ਼ਿਆਦਾ ਕਿਵੇਂ ਪ੍ਰਚਾਰਿਤ ਕਰੀਏ, ਪੋਪੂਲਰ ਕਰੀਏ ਅਤੇ ਹਰ ਘਰ ਵਿੱਚ ਚੰਗੀ ਕਹਾਣੀ ਕਹਿਣਾ, ਚੰਗੀ ਕਹਾਣੀ ਬੱਚਿਆਂ ਨੂੰ ਸੁਣਾਉਣਾ, ਇਹ ਜਨ ਜੀਵਨ ਦਾ ਬਹੁਤ ਵੱਡਾ ਕ੍ਰੈਡਿਟ ਹੋਵੇ। ਉਹ ਮਾਹੌਲ ਕਿਵੇਂ ਬਣਾਈਏ, ਉਸ ਦਿਸ਼ਾ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਲੇਕਿਨ ਮੈਨੂੰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਸ਼ੁਭਕਾਮਨਾਵਾਂ ਦਿੰਦਾ। ਧੰਨਵਾਦ। ਧੰਨਵਾਦ ਸਰ। ਕਹਾਣੀ ਰਾਹੀਂ ਸੰਸਕਾਰ ਅੱਗੇ ਵਧਾਉਣ ਵਾਲੀਆਂ ਇਹਨਾਂ ਭੈਣਾਂ ਨੂੰ ਮੈਂ ਸੁਣਿਆ। ਮੈਂ ਜਦੋਂ ਉਹਨਾਂ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ ਤਾਂ ਇੰਨੀ ਲੰਬੀ ਗੱਲ ਸੀ ਤਾਂ ਮੈਨੂੰ ਲੱਗਾ ਕਿ ਮਨ ਕੀ ਬਾਤ ਦੇ ਸਮੇਂ ਦੀ ਸੀਮਾ ਹੈ, ਤਾਂ ਮੇਰੀਆਂ ਉਹਨਾਂ ਨਾਲ ਜੋ ਗੱਲਾਂ ਹੋਈਆਂ ਉਹ ਸਾਰੀਆਂ ਗੱਲਾਂ ਮੈਂ ਮੇਰੇ ਨਰਿੰਦਰ ਮੋਦੀ ਐਪ 'ਤੇ ਅਪਲੋਡ ਕਰਾਂਗਾ। ਪੂਰੀਆਂ ਕਥਾਵਾਂ ਜ਼ਰੂਰ ਉੱਥੇ ਸੁਣੋ।
ਹੁਣ ਮਨ ਕੀ ਬਾਤ ਵਿੱਚ ਤਾਂ ਮੈਂ ਉਹਦਾ ਬਹੁਤ ਛੋਟਾ ਜਿਹਾ ਭਾਗ ਹੀ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ। ਮੈਂ ਜ਼ਰੂਰ ਤੁਹਾਨੂੰ ਅਨੁਰੋਧ ਕਰਾਂਗਾ, ਪਰਿਵਾਰ ਵਿੱਚ ਹਰ ਹਫ਼ਤੇ ਤੁਸੀਂ ਕਹਾਣੀਆਂ ਦੇ ਲਈ ਕੁਝ ਸਮਾਂ ਕੱਢੋ ਅਤੇ ਇਹ ਵੀ ਕਰ ਸਕਦੇ ਹੋ ਕਿ ਪਰਿਵਾਰ ਦੇ ਹਰ ਮੈਂਬਰ ਨੂੰ ਹਰ ਹਫ਼ਤੇ ਦੇ ਲਈ ਇੱਕ ਵਿਸ਼ਾ ਤੈਅ ਕਰੋ। ਜਿਵੇਂ ਮੰਨ ਲਓ ਦਇਆ ਹੈ, ਸੰਵੇਦਨਸ਼ੀਲਤਾ ਹੈ, ਹੌਸਲਾ ਹੈ, ਤਿਆਗ ਹੈ, ਬਹਾਦਰੀ ਹੈ, ਕੋਈ ਇੱਕ ਭਾਵ, ਅਤੇ ਪਰਿਵਾਰ ਦੇ ਸਾਰੇ ਮੈਂਬਰ ਉਸ ਹਫ਼ਤੇ ਇੱਕ ਹੀ ਵਿਸ਼ੇ 'ਤੇ ਸਾਰੇ ਦੇ ਸਾਰੇ ਲੋਕ ਕਹਾਣੀ ਲੱਭਣਗੇ ਅਤੇ ਪਰਿਵਾਰ ਦੇ ਸਾਰੇ ਮਿਲ ਕੇ ਇੱਕ ਇੱਕ ਕਹਾਣੀ ਸੁਣਾਉਣਗੇ। ਤੁਸੀਂ ਵੇਖੋ ਪਰਿਵਾਰ ਵਿੱਚ ਕਿੰਨਾ ਵੱਡਾ ਖਜ਼ਾਨਾ ਹੋ ਜਾਏਗਾ, ਰਿਸਰਚ ਦਾ ਕਿੰਨਾ ਵਧੀਆ ਕੰਮ ਹੋ ਜਾਏਗਾ, ਹਰ ਕਿਸੇ ਨੂੰ ਕਿੰਨਾ ਆਨੰਦ ਆਏਗਾ ਅਤੇ ਪਰਿਵਾਰ ਵਿੱਚ ਇੱਕ ਨਵੇਂ ਪ੍ਰਾਣ, ਨਵੀਂ ਜਾਨ ਆਏਗੀ। ਉਸੇ ਤਰ੍ਹਾਂ ਨਾਲ ਅਸੀਂ ਇੱਕ ਕੰਮ ਹੋਰ ਵੀ ਕਰ ਸਕਦੇ ਹਾਂ। ਮੈਂ ਕਥਾ ਸੁਣਾਉਣ ਵਾਲੇ ਸਾਰਿਆਂ ਨੂੰ ਅਨੁਰੋਧ ਕਰਾਂਗਾ, ਅਸੀਂ ਆਜ਼ਾਦੀ ਦੇ 75 ਵਰ੍ਹੇ ਮਨਾਉਣ ਵਾਲੇ ਹਾਂ। ਕੀ ਅਸੀਂ ਸਾਡੀਆਂ ਕਥਾਵਾਂ ਵਿੱਚ ਪੂਰੇ ਗੁਲਾਮੀ ਦੇ ਕਾਲਖੰਡ ਦੀਆਂ ਜਿੰਨੀਆਂ ਪ੍ਰੇਰਕ ਘਟਨਾਵਾਂ ਨੇ ਉਹਨਾਂ ਨੂੰ ਕਥਾਵਾਂ ਵਿੱਚ ਪ੍ਰਚਾਰਿਤ ਕਰ ਸਕਦੇ ਹਾਂ? ਵਿਸ਼ੇਸ਼ ਕਰਕੇ 1857 ਤੋਂ 1947 ਤੱਕ ਹਰ ਛੋਟੀ ਵੱਡੀ ਘਟਨਾ ਨਾਲ ਸਾਡੀ ਨਵੀਂ ਪੀੜ੍ਹੀ ਨੂੰ ਕਥਾਵਾਂ ਦੇ ਦੁਆਰਾ ਜਾਣ ਪਛਾਣ ਕਰਵਾ ਸਕਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਲੋਕ ਜ਼ਰੂਰ ਇਸ ਕੰਮ ਨੂੰ ਕਰੋਗੇ। ਕਹਾਣੀ ਕਹਿਣ ਦੀ ਇਹ ਕਲਾ ਦੇਸ਼ ਵਿੱਚ ਹੋਰ ਜ਼ਿਆਦਾ ਮਜ਼ਬੂਤ ਬਣੇ ਅਤੇ ਇੰਨੀ ਜ਼ਿਆਦਾ ਪ੍ਰਚਾਰਿਤ ਹੋਵੇ ਅਤੇ ਸਹਿਜ ਬਣੇ। ਆਓ ਅਸੀਂ ਸਾਰੇ ਕੋਸ਼ਿਸ਼ ਕਰੀਏ। ਮੇਰੇ ਪਿਆਰੇ ਦੇਸ਼ਵਾਸੀਓ, ਆਓ ਕਹਾਣੀਆਂ ਦੀ ਦੁਨੀਆ ਤੋਂ ਹੁਣ ਅਸੀਂ 7 ਸਮੁੰਦਰ ਪਾਰ ਚੱਲਦੇ ਹਾਂ। ਇਹ ਆਵਾਜ਼ ਸੁਣੋ। ਨਮਸਤੇ ਭਰਾਵੋ ਅਤੇ ਭੈਣੋ, ਮੇਰਾ ਨਾਮ ਸੇਦੂ ਦੇਮਬੇਲੇ ਹੈ। ਮੈਂ ਵੈਸਟ ਅਫਰੀਕਾ ਦੇ ਇੱਕ ਦੇਸ਼ ਮਾਲੀ ਤੋਂ ਹਾਂ। ਮੈਨੂੰ ਫਰਵਰੀ ਵਿੱਚ ਭਾਰਤ 'ਚ ਵਿਜ਼ਿਟ 'ਤੇ ਸਭ ਤੋਂ ਵੱਡੇ ਧਾਰਮਿਕ ਤਿਉਹਾਰ ਕੁੰਭ ਮੇਲੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਮੇਰੇ ਲਈ ਇਹ ਬਹੁਤ ਜ਼ਿਆਦਾ ਮਾਣ ਦੀ ਗੱਲ ਹੈ। ਮੈਨੂੰ ਕੁੰਭ ਮੇਲੇ ਵਿੱਚ ਸ਼ਾਮਿਲ ਹੋ ਕੇ ਬਹੁਤ ਚੰਗਾ ਲੱਗਿਆ ਅਤੇ ਭਾਰਤ ਦੇ ਕਲਚਰ ਨੂੰ ਵੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਲੋਕਾਂ ਨੂੰ ਇੱਕ ਵਾਰ ਫਿਰ ਭਾਰਤ ਵਿਜ਼ਿਟ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਅਸੀਂ ਭਾਰਤ ਦੇ ਬਾਰੇ ਹੋਰ ਸਿੱਖ ਸਕੀਏ। ਨਮਸਤੇ। ਹੈ ਨਾ ਮਜ਼ੇਦਾਰ? ਤਾਂ ਇਹ ਸਨ ਮਾਲੀ ਦੇ ਸੇਦੂ ਦੇਮਬੇਲੇ। ਮਾਲੀ ਭਾਰਤ ਤੋਂ ਦੂਰ ਪੱਛਮ ਅਫਰੀਕਾ ਦਾ ਇੱਕ ਵੱਡਾ ਅਤੇ ਲੈਂਡਲੌਕਡ ਦੇਸ਼ ਹੈ। ਸੇਦੂ ਦੇਮਬੇਲੇ ਮਾਲੀ ਦੇ ਇੱਕ ਸ਼ਹਿਰ ਕੀਟਾ ਦੇ ਇੱਕ ਪਬਲਿਕ ਸਕੂਲ ਵਿੱਚ ਅਧਿਆਪਕ ਨੇ। ਉਹ ਬੱਚਿਆਂ ਨੂੰ ਇੰਗਲਿਸ਼, ਮਿਊਜ਼ਿਕ ਅਤੇ ਪੇਂਟਿੰਗ, ਡਰਾਇੰਗ ਪੜ੍ਹਾਉਂਦੇ ਨੇ, ਸਿਖਾਉਂਦੇ ਨੇ, ਪਰ ਉਹਨਾਂ ਦੀ ਇੱਕ ਹੋਰ ਪਛਾਣ ਵੀ ਹੈ। ਮਾਲੀ ਦੇ ਲੋਕ ਉਹਨਾਂ ਨੂੰ ਹਿੰਦੁਸਤਾਨ ਦਾ ਬਾਬੂ ਕਹਿੰਦੇ ਨੇ ਅਤੇ ਉਹਨਾਂ ਨੂੰ ਅਜਿਹਾ ਅਖਵਾਉਣ ਵਿੱਚ ਬਹੁਤ ਮਾਣ ਮਹਿਸੂਸ ਹੁੰਦਾ ਹੈ। ਹਰ ਇੱਕ ਐਤਵਾਰ ਨੂੰ ਉਹ ਦੁਪਹਿਰ ਬਾਅਦ ਉਹ ਮਾਲੀ ਵਿੱਚ 1 ਘੰਟੇ ਦਾ ਰੇਡੀਓ ਪ੍ਰੋਗਰਾਮ ਪੇਸ਼ ਕਰਦੇ ਨੇ। ਇਸ ਪ੍ਰੋਗਰਾਮ ਦਾ ਨਾਮ ਹੈ ਇੰਡੀਅਨ ਫ੍ਰੀਕੁਐਂਸੀ ਔਨ ਬਾਲੀਵੁੱਡ ਸੌਂਗਸ। ਇਸ ਨੂੰ ਪਿਛਲੇ 23 ਸਾਲਾਂ ਤੋਂ ਪੇਸ਼ ਕਰਦੇ ਆ ਰਹੇ ਨੇ। ਇਸ ਪ੍ਰੋਗਰਾਮ ਦੇ ਦੌਰਾਨ ਉਹ ਫ੍ਰੈਂਚ ਦੇ ਨਾਲ-ਨਾਲ ਮਾਲੀ ਦੀ ਲੋਕ ਭਾਸ਼ਾ ਬੰਬਾਰਾ ਵਿੱਚ ਵੀ ਆਪਣੀ ਕਮੈਂਟਰੀ ਕਰਦੇ ਨੇ ਅਤੇ ਬੜੇ ਨਾਟਕੀ ਢੰਗ ਨਾਲ ਕਰਦੇ ਨੇ। ਭਾਰਤ ਦੇ ਪ੍ਰਤੀ ਉਹਨਾਂ ਦੇ ਮਨ ਵਿੱਚ ਅਥਾਹ ਪ੍ਰੇਮ ਹੈ। ਭਾਰਤ ਨਾਲ ਉਹਨਾਂ ਦੇ ਡੂੰਘੇ ਲਗਾਅ ਦੀ ਇੱਕ ਹੋਰ ਵਜ੍ਹਾ ਇਹ ਵੀ ਹੈ ਕਿ ਉਹਨਾਂ ਦਾ ਜਨਮ ਵੀ 15 ਅਗਸਤ ਨੂੰ ਹੋਇਆ ਸੀ। ਸੇਦੂ ਜੀ ਨੇ 2 ਘੰਟੇ ਦਾ ਇੱਕ ਹੋਰ ਪ੍ਰੋਗਰਾਮ ਹੁਣ ਹਰ ਇੱਕ ਐਤਵਾਰ ਰਾਤ 9 ਵਜੇ ਸ਼ੁਰੂ ਕੀਤਾ ਹੈ। ਇਸ ਵਿੱਚ ਉਹ ਬਾਲੀਵੁੱਡ ਦੀ ਇੱਕ ਪੂਰੀ ਫਿਲਮ ਦੀ ਕਹਾਣੀ ਫ੍ਰੈਂਚ ਅਤੇ ਬੰਬਾਰਾ ਵਿੱਚ ਸੁਣਾਉਂਦੇ ਨੇ। ਕਦੇ-ਕਦੇ ਕਿਸੇ ਇਮੋਸ਼ਨਲ ਸੀਨ ਦੇ ਬਾਰੇ ਗੱਲ ਕਰਦੇ ਹੋਏ ਉਹ ਖੁਦ ਵੀ ਅਤੇ ਉਹਨਾਂ ਦੇ ਸਰੋਤੇ ਵੀ ਇਕੱਠੇ ਰੋ ਪੈਂਦੇ ਨੇ। ਸੇਦੂ ਜੀ ਦੇ ਪਿਤਾ ਨੇ ਹੀ ਭਾਰਤੀ ਸੰਸਕ੍ਰਿਤੀ ਨਾਲ ਉਹਨਾਂ ਦੀ ਪਹਿਚਾਣ ਕਰਵਾਈ ਸੀ। ਉਹਨਾਂ ਦੇ ਪਿਤਾ ਸਿਨੇਮਾ, ਥੀਏਟਰ ਵਿੱਚ ਕੰਮ ਕਰਦੇ ਸਨ ਅਤੇ ਉੱਥੇ ਭਾਰਤੀ ਫਿਲਮਾਂ ਵੀ ਵਿਖਾਈਆਂ ਜਾਂਦੀਆਂ ਸਨ। ਇਸ 15 ਅਗਸਤ ਨੂੰ ਉਹਨਾਂ ਨੇ ਹਿੰਦੀ ਵਿੱਚ ਇੱਕ ਵੀਡੀਓ ਦੇ ਮਾਧਿਅਮ ਨਾਲ ਭਾਰਤ ਦੇ ਲੋਕਾਂ ਨੂੰ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਸਨ। ਅੱਜ ਉਹਨਾਂ ਦੇ ਬੱਚੇ ਭਾਰਤ ਦਾ ਰਾਸ਼ਟਰ ਗਾਨ ਆਸਾਨੀ ਨਾਲ ਗਾਉਂਦੇ ਨੇ। ਤੁਸੀਂ ਇਹ ਦੋਵੇਂ ਵੀਡੀਓਜ਼ ਜ਼ਰੂਰ ਵੇਖੋ ਅਤੇ ਉਹਨਾਂ ਦੇ ਭਾਰਤ ਪ੍ਰੇਮ ਨੂੰ ਮਹਿਸੂਸ ਕਰੋ। ਸੇਦੂ ਜੀ ਨੇ ਜਦੋਂ ਕੁੰਭ ਦਾ ਦੌਰਾ ਕੀਤਾ ਸੀ ਤਾਂ ਉਸ ਸਮੇਂ ਉਹ ਡੈਲੀਗੇਸ਼ਨ ਦਾ ਹਿੱਸਾ ਸਨ ਜਿਸ ਨੂੰ ਮੈਂ ਮਿਲਿਆ ਸੀ। ਭਾਰਤ ਦੇ ਲਈ ਉਹਨਾਂ ਦਾ ਇਸ ਤਰ੍ਹਾਂ ਦਾ ਜਨੂੰਨ, ਪ੍ਰੇਮ ਅਤੇ ਪਿਆਰ ਵਾਕਿਆ ਹੀ ਸਾਡੇ ਸਾਰਿਆਂ ਦੇ ਲਈ ਫਖਰ ਦੀ ਗੱਲ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਇੱਥੇ ਕਿਹਾ ਜਾਂਦਾ ਹੈ, ਜੋ ਜ਼ਮੀਨ ਨਾਲ ਜਿੰਨਾ ਜ਼ਿਆਦਾ ਜੁੜਿਆ ਹੁੰਦਾ ਹੈ, ਉਹ ਵੱਡੇ ਤੋਂ ਵੱਡੇ ਤੂਫਾਨਾਂ ਵਿੱਚ ਵੀ ਓਨਾ ਹੀ ਅਡਿੱਗ ਰਹਿੰਦਾ ਹੈ। ਕੋਰੋਨਾ ਦੇ ਇਸ ਕਠਿਨ ਸਮੇਂ ਵਿੱਚ ਸਾਡਾ ਖੇਤੀ ਖੇਤਰ, ਸਾਡੇ ਕਿਸਾਨ ਇਸ ਦੀ ਜਿਉਂਦੀ ਜਾਗਦੀ ਉਦਾਹਰਣ ਨੇ। ਸੰਕਟ ਦੇ ਇਸ ਕਾਲ ਵਿੱਚ ਸਾਡੇ ਦੇਸ਼ ਦੇ ਖੇਤੀ ਖੇਤਰ ਨੇ ਫਿਰ ਇੱਕ ਵਾਰ ਆਪਣਾ ਦਮਖਮ ਵਿਖਾਇਆ ਹੈ। ਸਾਥੀਓ, ਦੇਸ਼ ਦਾ ਖੇਤੀ ਖੇਤਰ, ਸਾਡੇ ਕਿਸਾਨ, ਸਾਡੇ ਪਿੰਡ ਆਤਮ ਨਿਰਭਰ ਭਾਰਤ ਦਾ ਆਧਾਰ ਨੇ। ਇਹ ਮਜ਼ਬੂਤ ਹੋਣਗੇ ਤਾਂ ਆਤਮ ਨਿਰਭਰ ਭਾਰਤ ਦੀ ਨੀਂਹ ਮਜ਼ਬੂਤ ਹੋਏਗੀ। ਬੀਤੇ ਕੁਝ ਸਮੇਂ ਵਿੱਚ ਇਨ੍ਹਾਂ ਖੇਤਰਾਂ ਨੇ ਖੁਦ ਨੂੰ ਅਨੇਕਾਂ ਪਾਬੰਦੀਆਂ ਤੋਂ ਆਜ਼ਾਦ ਕੀਤਾ ਹੈ, ਅਨੇਕਾਂ ਮਿੱਥਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਕਈ ਅਜਿਹੇ ਕਿਸਾਨਾਂ ਦੀਆਂ ਚਿੱਠੀਆਂ ਮਿਲਦੀਆਂ ਨੇ, ਕਿਸਾਨ ਸੰਗਠਨਾਂ ਨਾਲ ਮੇਰੀ ਗੱਲ ਹੁੰਦੀ ਹੈ, ਜੋ ਦੱਸਦੇ ਨੇ ਕਿ ਕਿਵੇਂ ਖੇਤੀ ਵਿੱਚ ਨਵੇਂ-ਨਵੇਂ ਆਯਾਮ ਜੁੜ ਰਹੇ ਨੇ, ਕਿਵੇਂ ਖੇਤੀ ਵਿੱਚ ਬਦਲਾਅ ਆ ਰਿਹਾ ਹੈ। ਜੋ ਮੈਂ ਉਹਨਾਂ ਤੋਂ ਸੁਣਿਆ ਅਤੇ ਜੋ ਮੈਂ ਹੋਰਾਂ ਤੋਂ ਸੁਣਿਆ, ਮੇਰਾ ਮਨ ਕਰਦਾ ਹੈ ਅੱਜ ਮਨ ਕੀ ਬਾਤ ਉਹਨਾਂ ਕਿਸਾਨਾਂ ਦੀਆਂ ਕੁਝ ਗੱਲਾਂ ਜ਼ਰੂਰ ਤੁਹਾਨੂੰ ਦੱਸਾਂ। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਸਾਡੇ ਇੱਕ ਕਿਸਾਨ ਭਾਈ, ਉਹਨਾਂ ਦਾ ਨਾਮ ਹੈ ਸ਼੍ਰੀ ਕੰਵਰ ਚੌਹਾਨ। ਉਹਨਾਂ ਨੇ ਦੱਸਿਆ ਹੈ ਕਿ ਕਿਵੇਂ ਇੱਕ ਸਮਾਂ ਸੀ ਜਦੋਂ ਉਹਨਾਂ ਨੂੰ ਮੰਡੀ ਤੋਂ ਬਾਹਰ ਆਪਣੇ ਫਲ ਅਤੇ ਸਬਜ਼ੀਆਂ ਵੇਚਣ ਵਿੱਚ ਬਹੁਤ ਦਿੱਕਤ ਆਉਂਦੀ ਸੀ। ਜੇਕਰ ਉਹ ਮੰਡੀ ਤੋਂ ਬਾਹਰ ਆਪਣੇ ਫਲ ਅਤੇ ਸਬਜ਼ੀਆਂ ਵੇਚਦੇ ਸਨ ਤਾਂ ਕਈ ਵਾਰ ਉਹਨਾਂ ਦੇ ਫਲ ਸਬਜ਼ੀ ਅਤੇ ਗੱਡੀਆਂ ਤੱਕ ਜ਼ਬਤ ਹੋ ਜਾਂਦੀਆਂ ਸਨ। ਲੇਕਿਨ 2014 ਵਿੱਚ ਫਲ ਅਤੇ ਸਬਜ਼ੀਆਂ ਨੂੰ APMC ਐਕਟ ਤੋਂ ਬਾਹਰ ਕਰ ਦਿੱਤਾ ਗਿਆ। ਇਸ ਦਾ ਉਹਨਾਂ ਨੂੰ ਅਤੇ ਆਲੇ-ਦੁਆਲੇ ਦੇ ਸਾਥੀ ਕਿਸਾਨਾਂ ਨੂੰ ਬਹੁਤ ਲਾਭ ਹੋਇਆ। 4 ਸਾਲ ਪਹਿਲਾਂ ਉਹਨਾਂ ਨੇ ਆਪਣੇ ਪਿੰਡ ਦੇ ਸਾਥੀ ਕਿਸਾਨਾਂ ਨਾਲ ਮਿਲ ਕੇ ਇੱਕ ਕਿਸਾਨ ਉਤਪਾਦਕ ਸਮੂਹ ਦੀ ਸਥਾਪਨਾ ਕੀਤੀ। ਅੱਜ ਪਿੰਡ ਦੇ ਕਿਸਾਨ ਸਵੀਟ ਕੋਰਨ ਅਤੇ ਬੇਬੀ ਕੋਰਨ ਦੀ ਖੇਤੀ ਕਰਦੇ ਨੇ। ਉਹਨਾਂ ਦੇ ਉਤਪਾਦ ਅੱਜ ਦਿੱਲੀ ਦੀ ਆਜ਼ਾਦਪੁਰ ਮੰਡੀ, ਵੱਡੀ ਰਿਟੇਲ ਚੇਨ ਅਤੇ 5 ਸਟਾਰ ਹੋਟਲਾਂ ਵਿੱਚ ਸਿੱਧੇ ਸਪਲਾਈ ਹੋ ਰਹੇ ਨੇ। ਅੱਜ ਪਿੰਡ ਦੇ ਕਿਸਾਨ ਸਵੀਟ ਕੋਰਨ ਅਤੇ ਬੇਬੀ ਕੋਰਨ ਦੀ ਖੇਤੀ ਨਾਲ 2.5 ਤੋਂ 3 ਲੱਖ ਪ੍ਰਤੀ ਏਕੜ ਸਾਲਾਨਾ ਕਮਾਈ ਕਰ ਰਹੇ ਨੇ। ਇੰਨਾ ਹੀ ਨਹੀਂ, ਇਸੇ ਪਿੰਡ ਦੇ 60 ਤੋਂ ਜ਼ਿਆਦਾ ਕਿਸਾਨ ਨੈੱਟ ਹਾਊਸ ਬਣਾ ਕੇ, ਪੌਲੀ ਹਾਊਸ ਬਣਾ ਕੇ ਟਮਾਟਰ, ਖੀਰਾ, ਸ਼ਿਮਲਾ ਮਿਰਚ, ਇਸ ਦੀਆਂ ਵੱਖ-ਵੱਖ ਵਰਾਇਟੀਜ਼ ਦਾ ਉਤਪਾਦਨ ਕਰਕੇ ਹਰ ਸਾਲ ਪ੍ਰਤੀ ਏਕੜ 10 ਤੋਂ 12 ਲੱਖ ਰੁਪਏ ਤੱਕ ਦੀ ਕਮਾਈ ਕਰ ਰਹੇ ਨੇ। ਜਾਣਦੇ ਹੋ ਇਨ੍ਹਾਂ ਕਿਸਾਨਾਂ ਦੇ ਕੋਲ ਕੀ ਅਲੱਗ ਹੈ? ਆਪਣੇ ਫਲ ਸਬਜ਼ੀਆਂ ਨੂੰ ਕਿਤੇ ਵੀ, ਕਿਸੇ ਨੂੰ ਵੀ ਵੇਚਣ ਦੀ ਤਾਕਤ ਹੈ ਅਤੇ ਇਹ ਤਾਕਤ ਹੀ ਉਹਨਾਂ ਦੀ ਇਸ ਤਰੱਕੀ ਦਾ ਆਧਾਰ ਹੈ। ਹੁਣ ਇਹੀ ਤਾਕਤ ਦੇਸ਼ ਦੇ ਦੂਸਰੇ ਕਿਸਾਨਾਂ ਨੂੰ ਵੀ ਮਿਲੀ ਹੈ। ਫਲ ਸਬਜ਼ੀਆਂ ਦੇ ਲਈ ਹੀ ਨਹੀਂ, ਆਪਣੇ ਖੇਤ ਵਿੱਚ ਉਹ ਜੋ ਪੈਦਾ ਕਰ ਰਹੇ ਨੇ, ਝੋਨਾ, ਕਣਕ, ਸਰੋਂ, ਗੰਨਾ, ਜੋ ਉਹ ਉਗਾ ਰਹੇ ਨੇ, ਉਸ ਨੂੰ ਆਪਣੀ ਇੱਛਾ ਦੇ ਅਨੁਸਾਰ ਜਿੱਥੇ ਜ਼ਿਆਦਾ ਕੀਮਤ ਮਿਲੇ, ਕਿਤੇ ਵੀ ਵੇਚਣ ਦੀ ਉਹਨਾਂ ਨੂੰ ਆਜ਼ਾਦੀ ਮਿਲ ਗਈ ਹੈ। ਸਾਥੀਓ, 3-4 ਸਾਲ ਪਹਿਲਾਂ ਹੀ ਮਹਾਰਾਸ਼ਟਰ ਵਿੱਚ ਫਲ ਅਤੇ ਸਬਜ਼ੀਆਂ ਨੂੰ APMC ਦੇ ਦਾਇਰੇ ਤੋਂ ਬਾਹਰ ਕੀਤਾ ਗਿਆ ਸੀ। ਇਸ ਬਦਲਾਅ ਨਾਲ ਕਿਵੇਂ ਮਹਾਰਾਸ਼ਟਰ ਦੇ ਫਲ ਅਤੇ ਸਬਜ਼ੀ ਉਗਾਉਣ ਵਾਲੇ ਕਿਸਾਨਾਂ ਦੀ ਸਥਿਤੀ ਬਦਲੀ, ਇਸ ਦੀ ਉਦਾਹਰਣ ਹੈ ਸ਼੍ਰੀ ਸਵਾਮੀ ਸਮਰਥ ਫਾਰਮਰਜ਼ ਪ੍ਰੋਡਿਊਸਰ ਕੰਪਨੀ ਲਿਮਿਟਿਡ। ਇਹ ਕਿਸਾਨਾਂ ਦਾ ਸਮੂਹ ਹੈ। ਪੂਨੇ ਅਤੇ ਮੁੰਬਈ ਵਿੱਚ ਕਿਸਾਨ ਹਫ਼ਤਾਵਾਰੀ ਬਾਜ਼ਾਰ ਖੁਦ ਚਲਾ ਰਹੇ ਨੇ। ਇਨ੍ਹਾਂ ਬਾਜ਼ਾਰਾਂ ਵਿੱਚ ਲਗਭਗ 70 ਪਿੰਡਾਂ ਦੇ 4,500 ਕਿਸਾਨਾਂ ਦੀ ਪੈਦਾਵਾਰ ਸਿੱਧੇ ਵੇਚੀ ਜਾਂਦੀ ਹੈ, ਕੋਈ ਵਿਚੋਲਾ ਨਹੀਂ। ਦਿਹਾਤੀ ਨੌਜਵਾਨ ਸਿੱਧੇ ਬਾਜ਼ਾਰ ਵਿੱਚ ਖੇਤੀ ਵੇਚਣ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਹੁੰਦੇ ਨੇ। ਇਸ ਦਾ ਸਿੱਧਾ ਲਾਭ ਕਿਸਾਨਾਂ ਨੂੰ ਹੁੰਦਾ ਹੈ, ਪਿੰਡ ਦੇ ਨੌਜਵਾਨਾਂ ਨੂੰ ਰੋਜ਼ਗਾਰ ਵਿੱਚ ਹੁੰਦਾ ਹੈ। ਇੱਕ ਹੋਰ ਉਦਾਹਰਣ ਤਮਿਲਨਾਡੂ ਦੇ ਥੇਨੀ ਜ਼ਿਲ੍ਹੇ ਦਾ ਹੈ। ਇੱਥੇ ਹੈ ਤਮਿਲਨਾਡੂ ਕੇਲਾ। ਫਾਰਮਰ ਪ੍ਰੋਡਿਊਸ ਕੰਪਨੀ ਵਿੱਚ ਫਾਰਮਰ ਪ੍ਰੋਡਿਊਸ ਕੰਪਨੀ ਕਹਿਣ ਨੂੰ ਤਾਂ ਕੰਪਨੀ ਹੈ, ਹਕੀਕਤ ਵਿੱਚ ਇਹ ਕਿਸਾਨਾਂ ਨੇ ਮਿਲ ਕੇ ਆਪਣਾ ਇੱਕ ਸਮੂਹ ਬਣਾਇਆ ਹੈ। ਬੜੀ ਲਚਕਦਾਰ ਵਿਵਸਥਾ ਹੈ ਅਤੇ ਉਹ ਵੀ 5-6 ਸਾਲ ਪਹਿਲਾਂ ਬਣਾਇਆ ਹੈ। ਇਸ ਕਿਸਾਨ ਸਮੂਹ ਨੇ ਲਾਕਡਾਊਨ ਦੇ ਦੌਰਾਨ ਆਲੇ-ਦੁਆਲੇ ਦੇ ਪਿੰਡਾਂ ਤੋਂ ਸੈਂਕੜੇ ਮੀਟ੍ਰਿਕ ਟਨ ਸਬਜ਼ੀਆਂ, ਫਲਾਂ ਅਤੇ ਕੇਲੇ ਦੀ ਖਰੀਦ ਕੀਤੀ ਅਤੇ ਚੇਨਈ ਸ਼ਹਿਰ ਨੂੰ ਸਬਜ਼ੀ ਕੰਬੋ ਕਿੱਟ ਦਿੱਤਾ। ਤੁਸੀਂ ਸੋਚੋ, ਕਿੰਨੇ ਨੌਜਵਾਨਾਂ ਨੂੰ ਉਹਨਾਂ ਨੇ ਰੋਜ਼ਗਾਰ ਦਿੱਤਾ ਅਤੇ ਮਜ਼ਾ ਇਹ ਹੈ ਕਿ ਵਿਚੋਲੇ ਨਾ ਹੋਣ ਦੇ ਕਾਰਨ ਕਿਸਾਨਾਂ ਨੂੰ ਵੀ ਲਾਭ ਹੋਇਆ ਅਤੇ ਉਪਭੋਗਤਾ ਨੂੰ ਵੀ ਲਾਭ ਹੋਇਆ। ਅਜਿਹਾ ਹੀ
ਇੱਕ ਲਖਨਊ ਕਿਸਾਨਾਂ ਦਾ ਸਮੂਹ ਹੈ। ਉਹਨਾਂ ਨੇ ਨਾਂ ਰੱਖਿਆ ਹੈ ਇਰਾਦਾ ਫਾਰਮਰ ਪ੍ਰੋਡਿਊਸਰ। ਉਹਨਾਂ ਨੇ ਵੀ ਲਾਕਡਾਊਨ ਦੇ ਦੌਰਾਨ ਕਿਸਾਨਾਂ ਦੇ ਖੇਤਾਂ ਤੋਂ ਸਿੱਧੇ ਫਲ ਤੇ ਸਬਜ਼ੀਆਂ ਲਈਆਂ ਤੇ ਸਿੱਧੇ ਜਾ ਕੇ ਲਖਨਊ ਦੇ ਬਾਜ਼ਾਰਾਂ ਵਿੱਚ ਵੇਚੀਆਂ। ਵਿਚੋਲਿਆਂ ਤੋਂ ਮੁਕਤ ਹੋ ਗਏ ਤੇ ਮਨਚਾਹੀ ਕੀਮਤ ਉਹਨਾਂ ਨੇ ਪ੍ਰਾਪਤ ਕੀਤੀ। ਸਾਥੀਓ, ਗੁਜਰਾਤ ਵਿੱਚ ਬਨਾਸਕਾਂਠਾ ਦੇ ਰਾਮਪੁਰਾ ਪਿੰਡ ਵਿੱਚ ਇਸਮਾਇਲ ਭਾਈ ਨਾਂ ਦਾ ਇੱਕ ਕਿਸਾਨ ਹੈ। ਉਹਨਾਂ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ। ਇਸਮਾਇਲ ਭਾਈ ਖੇਤੀ ਕਰਨਾ ਚਾਹੁੰਦੇ ਸਨ, ਲੇਕਿਨ ਹੁਣ ਜਿਵੇਂ ਕਿ ਜ਼ਿਆਦਾਤਰ ਸੋਚ ਬਣ ਗਈ ਹੈ, ਉਹਨਾਂ ਦੇ ਪਰਿਵਾਰ ਨੂੰ ਵੀ ਲੱਗਦਾ ਸੀ ਕਿ ਇਸਮਾਇਲ ਭਾਈ ਇਹ ਕਿਹੋ ਜਿਹੀ ਗੱਲ ਕਰ ਰਹੇ ਨੇ। ਇਸਮਾਇਲ ਭਾਈ ਦੇ ਪਿਤਾ ਖੇਤੀ ਕਰਦੇ ਸਨ, ਲੇਕਿਨ ਇਸ ਵਿੱਚ ਉਹਨਾਂ ਨੂੰ ਅਕਸਰ ਨੁਕਸਾਨ ਹੀ ਹੁੰਦਾ ਸੀ। ਤਾਂ ਪਿਤਾ ਜੀ ਨੇ ਮਨਾ ਵੀ ਕੀਤਾ, ਲੇਕਿਨ ਪਰਿਵਾਰ ਵਾਲਿਆਂ ਦੇ ਮਨਾ ਕਰਨ ਦੇ ਬਾਵਜੂਦ ਇਸਮਾਇਲ ਭਾਈ ਨੇ ਤੈਅ ਕੀਤਾ ਕਿ ਉਹ ਤਾਂ ਖੇਤੀ ਹੀ ਕਰਨਗੇ। ਇਸਮਾਇਲ ਭਾਈ ਨੇ ਸੋਚ ਲਿਆ ਸੀ ਕਿ ਖੇਤੀ ਘਾਟੇ ਦਾ ਸੌਦਾ ਹੈ। ਉਹ ਇਹ ਸੋਚ ਤੇ ਸਥਿਤੀ ਦੋਵਾਂ ਨੂੰ ਬਦਲ ਕੇ ਦਿਖਾਉਣਗੇ। ਉਹਨਾਂ ਨੇ ਖੇਤੀ ਸ਼ੁਰੂ ਕੀਤੀ, ਲੇਕਿਨ ਨਵੇਂ ਤਰੀਕੇ ਨਾਲ, ਇਨੋਵੇਟਿਵ ਤਰੀਕੇ ਨਾਲ। ਉਹਨਾਂ ਨੇ ਡ੍ਰਿਪ ਨਾਲ ਸਿੰਚਾਈ ਕਰਕੇ ਆਲੂ ਦੀ ਖੇਤੀ ਸ਼ੁਰੂ ਕੀਤੀ ਤੇ ਅੱਜ ਉਹਨਾਂ ਦੇ ਆਲੂ ਇੱਕ ਪਛਾਣ ਬਣ ਗਏ ਨੇ। ਉਹ ਅਜਿਹੇ ਆਲੂ ਉਗਾ ਰਹੇ ਨੇ ਜਿਨ੍ਹਾਂ ਦੀ ਕੁਆਲਿਟੀ ਬਹੁਤ ਚੰਗੀ ਹੁੰਦੀ ਹੈ। ਇਸਮਾਇਲ ਭਾਈ ਇਹ ਆਲੂ ਸਿੱਧੇ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਵੇਚਦੇ ਨੇ। ਵਿਚੋਲਿਆਂ ਦਾ ਨਾਮ ਨਿਸ਼ਾਨ ਨਹੀਂ ਤੇ ਨਤੀਜਾ ਚੰਗਾ ਮੁਨਾਫਾ ਕਮਾ ਰਹੇ ਨੇ। ਹੁਣ ਤਾਂ ਉਹਨਾਂ ਨੇ ਆਪਣੇ ਪਿਤਾ ਦਾ ਸਾਰਾ ਕਰਜ਼ਾ ਵੀ ਉਤਾਰ ਦਿੱਤਾ ਤੇ ਸਭ ਤੋਂ ਵੱਡੀ ਗੱਲ ਜਾਣਦੇ ਹੋ, ਇਸਮਾਇਲ ਭਾਈ ਅੱਜ ਆਪਣੇ ਇਲਾਕੇ ਦੇ ਸੈਂਕੜੇ ਹੋਰ ਕਿਸਾਨਾਂ ਦੀ ਵੀ ਮਦਦ ਕਰ ਰਹੇ ਨੇ। ਉਹਨਾਂ ਦੀ ਵੀ ਜ਼ਿੰਦਗੀ ਬਦਲ ਰਹੇ ਨੇ। ਸਾਥੀਓ, ਅੱਜ ਦੀ ਤਾਰੀਖ ਵਿੱਚ ਖੇਤੀ ਨੂੰ ਅਸੀਂ ਜਿੰਨਾ ਆਧੁਨਿਕ ਵਿਕਲਪ ਦੇਵਾਂਗੇ, ਉਨਾ ਹੀ ਉਹ ਅੱਗੇ ਵਧੇਗੀ। ਉਸ ਵਿੱਚ ਨਵੇਂ-ਨਵੇਂ ਤੌਰ ਤਰੀਕੇ ਆਉਣਗੇ, ਇਨੋਵੇਸ਼ਨ ਜੁੜਨਗੇ। ਮਣੀਪੁਰ ਦੀ ਰਹਿਣ ਵਾਲੀ ਵਿਜੇ ਸ਼ਾਂਤੀ ਇੱਕ ਨਵੇਂ ਇਨੋਵੇਸ਼ਨ ਦੇ ਕਾਰਨ ਖੂਬ ਚਰਚਾ ਵਿੱਚ ਹੈ। ਉਹਨਾਂ ਨੇ ਕਮਲ ਦੀ ਨਾਲ ਤੋਂ ਧਾਗਾ ਬਣਾਉਣ ਦਾ ਸਟਾਰਟਅਪ ਸ਼ੁਰੂ ਕੀਤਾ ਹੈ। ਅੱਜ ਉਹਨਾਂ ਦੇ ਇਨੋਵੇਸ਼ਨ ਦੇ ਕਾਰਨ ਕਮਲ ਦੀ ਖੇਤੀ ਤੇ ਟੈਕਸਟਾਈਲ ਵਿੱਚ ਇੱਕ ਨਵਾਂ ਹੀ ਰਸਤਾ ਬਣ ਗਿਆ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਮੈਂ ਤੁਹਾਨੂੰ ਅਤੀਤ ਦੇ ਇੱਕ ਹਿੱਸੇ ਵਿੱਚ ਲਿਜਾਣਾ ਚਾਹੁੰਦਾ। ਅੱਜ ਤੋਂ 101 ਸਾਲ ਪੁਰਾਣੀ ਗੱਲ ਹੈ। 1919 ਦਾ ਸਾਲ ਸੀ। ਅੰਗਰੇਜ਼ੀ ਹਕੂਮਤ ਨੇ ਜਲਿਆਂਵਾਲਾ ਬਾਗ ਵਿੱਚ ਨਿਰਦੋਸ਼ ਲੋਕਾਂ ਦਾ ਕਤਲੇਆਮ ਕੀਤਾ ਸੀ। ਇਸ ਕਤਲੇਆਮ ਤੋਂ ਬਾਅਦ ਇੱਕ 12 ਸਾਲ ਦਾ ਲੜਕਾ ਉਸ ਘਟਨਾ ਸਥਾਨ 'ਤੇ ਗਿਆ। ਉਹ ਖੁਸ਼ਮਿਜ਼ਾਜ ਤੇ ਚੰਚਲ ਬਾਲਕ, ਲੇਕਿਨ ਉਸ ਨੇ ਜਲਿਆਂਵਾਲੇ ਬਾਗ ਵਿੱਚ ਜੋ ਵੇਖਿਆ, ਉਹ ਉਸ ਦੀ ਸੋਚ ਤੋਂ ਪਰੇ ਸੀ। ਉਹ ਹੈਰਾਨ ਸੀ ਇਹ ਸੋਚ ਕੇ ਕਿ ਕੋਈ ਵੀ ਇੰਨਾ ਜ਼ਾਲਿਮ ਕਿਵੇਂ ਹੋ ਸਕਦਾ ਹੈ। ਉਹ ਮਾਸੂਮ ਗੁੱਸੇ ਦੀ ਅੱਗ ਵਿੱਚ ਸੜਨ ਲੱਗਾ ਸੀ। ਉਸੇ ਜਲਿਆਂਵਾਲੇ ਬਾਗ ਵਿੱਚ ਉਸ ਨੇ ਅੰਗਰੇਜ਼ੀ ਸ਼ਾਸਨ ਦੇ ਖਿਲਾਫ ਲੜਨ ਦੀ ਕਸਮ ਖਾਧੀ। ਕੀ ਤੁਹਾਨੂੰ ਪਤਾ ਚੱਲਿਆ ਮੈਂ ਕਿਸ ਦੀ ਗੱਲ ਕਰ ਰਿਹਾ? ਹਾਂ, ਮੈਂ ਸ਼ਹੀਦ ਵੀਰ ਭਗਤ ਸਿੰਘ ਦੀ ਗੱਲ ਕਰ ਰਿਹਾ। ਕੱਲ੍ਹ 28 ਸਤੰਬਰ ਨੂੰ ਅਸੀਂ ਸ਼ਹੀਦ ਵੀਰ ਭਗਤ ਸਿੰਘ ਦੀ ਜਯੰਤੀ ਮਨਾਵਾਂਗੇ। ਮੈਂ ਸਾਰੇ ਦੇਸ਼ ਵਾਸੀਆਂ ਦੇ ਨਾਲ ਹੌਸਲੇ ਤੇ ਬਹਾਦਰੀ ਦੀ ਮਿਸਾਲ ਸ਼ਹੀਦ ਵੀਰ ਭਗਤ ਸਿੰਘ ਨੂੰ ਨਮਨ ਕਰਦਾ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੱਕ ਹਕੂਮਤ ਜਿਸ ਦਾ ਦੁਨੀਆ ਦੇ ਇੰਨੇ ਵੱਡੇ ਹਿੱਸੇ 'ਤੇ ਸ਼ਾਸਨ ਸੀ, ਇਸ ਦੇ ਬਾਰੇ ਕਿਹਾ ਜਾਂਦਾ ਸੀ ਕਿ ਉਹਨਾਂ ਦੇ ਸ਼ਾਸਨ ਵਿੱਚ ਸੂਰਜ ਕਦੇ ਅਸਤ ਨਹੀਂ ਹੁੰਦਾ। ਇੰਨੀ ਤਾਕਤਵਰ ਹਕੂਮਤ ਇੱਕ 23 ਸਾਲ ਦੇ ਨੌਜਵਾਨ ਤੋਂ ਭੈਭੀਤ ਹੋ ਗਈ ਸੀ। ਸ਼ਹੀਦ ਭਗਤ ਸਿੰਘ ਬਹਾਦਰ ਹੋਣ ਦੇ ਨਾਲ-ਨਾਲ ਵਿਦਵਾਨ ਵੀ ਸਨ, ਚਿੰਤਕ ਸਨ। ਆਪਣੇ ਜੀਵਨ ਦੀ ਚਿੰਤਾ ਕੀਤੇ ਬਗੈਰ ਭਗਤ ਸਿੰਘ ਤੇ ਉਹਨਾਂ ਦੇ ਕ੍ਰਾਂਤੀਵੀਰ ਸਾਥੀਆਂ ਨੇ ਅਜਿਹੇ ਹੌਸਲੇ ਭਰੇ ਕੰਮਾਂ ਨੂੰ ਅੰਜਾਮ ਦਿੱਤਾ, ਜਿਨ੍ਹਾਂ ਦਾ ਦੇਸ਼ ਦੀ ਆਜ਼ਾਦੀ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ। ਸ਼ਹੀਦ ਵੀਰ ਭਗਤ ਸਿੰਘ ਦੇ ਜੀਵਨ ਦਾ ਇੱਕ ਹੋਰ ਖੂਬਸੂਰਤ ਪੱਖ ਇਹ ਹੈ ਕਿ ਉਹ ਟੀਮ ਵਰਕ ਦੇ ਮਹੱਤਵ ਨੂੰ ਬਾਖੂਬੀ ਸਮਝਦੇ ਸਨ। ਲਾਲਾ ਲਾਜਪਤ ਰਾਏ ਦੇ ਪ੍ਰਤੀ ਉਹਨਾਂ ਦਾ ਸਮਰਪਣ ਹੋਵੇ ਜਾਂ ਫਿਰ ਚੰਦਰ ਸ਼ੇਖਰ ਆਜ਼ਾਦ, ਸੁਖਦੇਵ, ਰਾਜਗੁਰੂ ਸਮੇਤ ਕ੍ਰਾਂਤੀਕਾਰੀਆਂ ਦੇ ਨਾਲ ਉਹਨਾਂ ਦਾ ਜੁੜਾਅ, ਉਹਨਾਂ ਦੇ ਲਈ ਕਦੇ ਵਿਅਕਤੀਗਤ ਗੌਰਵ ਮਹੱਤਵਪੂਰਨ ਨਹੀਂ ਰਿਹਾ। ਉਹ ਜਦੋਂ ਤੱਕ ਵੀ ਜਿਉਂਦੇ ਰਹੇ, ਸਿਰਫ ਇੱਕ ਮਿਸ਼ਨ ਦੇ ਲਈ ਜਿਉਂਦੇ ਰਹੇ ਤੇ ਉਸੇ ਦੇ ਲਈ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ। ਉਹ ਮਿਸ਼ਨ ਸੀ ਭਾਰਤ ਨੂੰ ਅਨਿਆਂ ਤੇ ਅੰਗਰੇਜ਼ੀ ਸ਼ਾਸਨ ਤੋਂ ਮੁਕਤੀ ਦਿਵਾਉਣਾ। ਨਮੋ ਐਪ 'ਤੇ ਮੈਂ ਹੈਦਰਾਬਾਦ ਦੇ ਅਜੇ ਐਸ ਜੀ ਦਾ ਇੱਕ ਕਮੈਂਟ ਪੜ੍ਹਿਆ। ਅਜੇ ਜੀ ਲਿਖਦੇ ਨੇ,
ਅੱਜ ਦੇ ਨੌਜਵਾਨ ਕਿਵੇਂ ਭਗਤ ਸਿੰਘ ਵਰਗੇ ਬਣ ਸਕਦੇ ਨੇ। ਵੇਖੋ, ਅਸੀਂ ਭਗਤ ਸਿੰਘ ਬਣ ਸਕੀਏ ਜਾਂ ਨਾ ਬਣ ਸਕੀਏ, ਲੇਕਿਨ ਭਗਤ ਸਿੰਘ ਵਰਗਾ ਦੇਸ਼ ਪ੍ਰੇਮ, ਦੇਸ਼ ਲਈ ਸਭ ਕੁਝ ਕਰ ਗੁਜ਼ਰਨ ਦਾ ਜਜ਼ਬਾ ਜ਼ਰੂਰ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਹੋਵੇ। ਸ਼ਹੀਦ ਭਗਤ ਸਿੰਘ ਨੂੰ ਇਹੀ ਸਾਡੀ ਸਭ ਤੋਂ ਵੱਡੀ ਸ਼ਰਧਾਂਜਲੀ ਹੋਏਗੀ। 4 ਸਾਲ ਪਹਿਲਾਂ ਲਗਭਗ ਇਹੀ ਸਮਾਂ ਸੀ ਜਦੋਂ ਸਰਜੀਕਲ ਸਟ੍ਰਾਈਕ ਦੇ ਦੌਰਾਨ ਦੁਨੀਆ ਨੇ ਸਾਡੇ ਜਵਾਨਾਂ ਦੇ ਹੌਸਲੇ, ਬਹਾਦਰੀ ਤੇ ਨਿਡਰਤਾ ਨੂੰ ਵੇਖਿਆ ਸੀ। ਸਾਡੇ ਬਹਾਦਰ ਸੈਨਿਕਾਂ ਦਾ ਇੱਕ ਹੀ ਮਕਸਦ ਸੀ ਤੇ ਇੱਕ ਹੀ ਟੀਚਾ ਸੀ, ਹਰ ਕੀਮਤ ਤੇ ਭਾਰਤ ਮਾਂ ਦੇ ਮਾਣ ਤੇ ਸਨਮਾਨ ਦੀ ਰੱਖਿਆ ਕਰਨਾ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਜ਼ਰਾ ਵੀ ਪਰਵਾਹ ਨਹੀਂ ਕੀਤੀ। ਉਹ ਆਪਣੇ ਫਰਜ਼ਾਂ ਦੇ ਰਾਹ 'ਤੇ ਅੱਗੇ ਵਧਦੇ ਗਏ ਤੇ ਅਸੀਂ ਸਾਰਿਆਂ ਨੇ ਵੇਖਿਆ ਕਿ ਕਿਸ ਤਰ੍ਹਾਂ ਉਹ ਜੇਤੂ ਹੋ ਕੇ ਸਾਹਮਣੇ ਆਏ, ਭਾਰਤ ਮਾਤਾ ਦਾ ਮਾਣ ਵਧਾਇਆ। ਮੇਰੇ ਪਿਆਰੇ ਦੇਸ਼ਵਾਸੀਓ, ਆਉਣ ਵਾਲੇ ਦਿਨਾਂ 'ਚ ਅਸੀਂ ਦੇਸ਼ਵਾਸੀ ਕਈ ਮਹਾਨ ਲੋਕਾਂ ਨੂੰ ਯਾਦ ਕਰਾਂਗੇ, ਜਿਨ੍ਹਾਂ ਦਾ ਭਾਰਤ ਦੇ ਨਿਰਮਾਣ ਵਿੱਚ ਅਮਿੱਟ ਯੋਗਦਾਨ ਹੈ। 2 ਅਕਤੂਬਰ ਸਾਡੇ ਸਾਰਿਆਂ ਲਈ ਪਵਿੱਤਰ ਤੇ ਪ੍ਰੇਰਕ ਦਿਵਸ ਹੁੰਦਾ ਹੈ। ਇਹ ਦਿਨ ਮਾਂ ਭਾਰਤੀ ਦੇ 2 ਸਪੂਤਾਂ ਮਹਾਤਮਾ ਗਾਂਧੀ ਤੇ ਲਾਲ ਬਹਾਦੁਰ ਸ਼ਾਸਤਰੀ ਨੂੰ ਯਾਦ ਕਰਨ ਦਾ ਦਿਨ ਹੈ। ਪੂਜਨੀਕ ਬਾਪੂ ਦੇ ਵਿਚਾਰ ਤੇ ਆਦਰਸ਼ ਅੱਜ ਪਹਿਲਾਂ ਤੋਂ ਕਿਤੇ ਜ਼ਿਆਦਾ ਪ੍ਰਸੰਗਕ ਨੇ। ਮਹਾਤਮਾ ਗਾਂਧੀ ਦਾ ਜੋ ਆਰਥਿਕ ਚਿੰਤਨ ਸੀ, ਜੇਕਰ ਉਸ ਸਪਿਰਿਟ ਨੂੰ ਫੜਿਆ ਗਿਆ ਹੁੰਦਾ, ਸਮਝਿਆ ਗਿਆ ਹੁੰਦਾ, ਉਸ ਰਾਹ 'ਤੇ ਚੱਲਿਆ ਗਿਆ ਹੁੰਦਾ, ਤਾਂ ਅੱਜ ਆਤਮ ਨਿਰਭਰ ਭਾਰਤ ਮੁਹਿੰਮ ਦੀ ਲੋੜ ਹੀ ਨਹੀਂ ਪੈਂਦੀ। ਗਾਂਧੀ ਜੀ ਦੇ ਆਰਥਿਕ ਚਿੰਤਨ ਵਿੱਚ ਭਾਰਤ ਦੀ ਨਸ-ਨਸ ਦੀ ਸਮਝ ਸੀ, ਭਾਰਤ ਦੀ ਖੁਸ਼ਬੂ ਸੀ। ਪੂਜਨੀਕ ਬਾਪੂ ਦਾ ਜੀਵਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਇਹ ਨਿਸ਼ਚਿਤ ਕਰੀਏ ਕਿ ਸਾਡਾ ਹਰ ਕੰਮ ਅਜਿਹਾ ਹੋਵੇ ਜਿਸ ਨਾਲ ਗਰੀਬ ਤੋਂ ਗਰੀਬ ਵਿਅਕਤੀ ਦਾ ਭਲਾ ਹੋਵੇ। ਉੱਥੇ ਹੀ ਸ਼ਾਸਤਰੀ ਜੀ ਦਾ ਜੀਵਨ ਸਾਨੂੰ ਨਿਮਰਤਾ ਅਤੇ ਸਾਦਗੀ ਦਾ ਸੰਦੇਸ਼ ਦਿੰਦਾ ਹੈ। 11 ਅਕਤੂਬਰ ਦਾ ਦਿਨ ਵੀ ਸਾਡੇ ਲਈ ਬਹੁਤ ਹੀ ਖਾਸ ਹੁੰਦਾ ਹੈ। ਇਸ ਦਿਨ ਅਸੀਂ ਭਾਰਤ ਰਤਨ ਲੋਕ ਨਾਇਕ ਜੈ ਪ੍ਰਕਾਸ਼ ਜੀ ਨੂੰ ਉਹਨਾਂ ਦੀ ਜਯੰਤੀ 'ਤੇ ਯਾਦ ਕਰਦੇ ਹਾਂ। ਜੇਪੀ ਨੇ ਸਾਡੀਆਂ ਲੋਕਤੰਤਰੀ ਕਦਰਾਂ ਕੀਮਤਾਂ ਦੀ ਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਸੀਂ ਭਾਰਤ ਰਤਨ ਨਾਨਾ ਜੀ ਦੇਸ਼ਮੁਖ ਨੂੰ ਵੀ ਯਾਦ ਕਰਦੇ ਹਾਂ, ਜਿਨ੍ਹਾਂ ਦੀ ਜਯੰਤੀ 11 ਤਾਰੀਖ ਨੂੰ ਹੀ ਹੈ। ਨਾਨਾ ਜੀ ਦੇਸ਼ਮੁਖ ਜੈ ਪ੍ਰਕਾਸ਼ ਨਾਰਾਇਣ ਜੀ ਦੇ ਬਹੁਤ ਨੇੜਲੇ ਸਾਥੀ ਸਨ। ਜਦੋਂ ਜੇਪੀ ਭ੍ਰਿਸ਼ਟਾਚਾਰ ਦੇ ਖਿਲਾਫ ਜੰਗ ਲੜ ਰਹੇ ਸਨ ਤਾਂ ਪਟਨਾ ਵਿੱਚ ਉਨ੍ਹਾਂ 'ਤੇ ਪ੍ਰਾਣ ਘਾਤਕ ਹਮਲਾ ਕੀਤਾ ਗਿਆ ਸੀ। ਉਦੋਂ ਨਾਨਾ ਜੀ ਦੇਸ਼ਮੁਖ ਨੇ ਉਹ ਵਾਰ ਆਪਣੇ ਉੱਪਰ ਲੈ ਲਿਆ ਸੀ। ਇਸ ਹਮਲੇ ਵਿੱਚ ਨਾਨਾ ਜੀ ਨੂੰ ਕਾਫੀ ਸੱਟਾਂ ਲੱਗੀਆਂ ਸਨ, ਲੇਕਿਨ ਜੇਪੀ ਜੀ ਦਾ ਜੀਵਨ ਬਚਾਉਣ ਵਿੱਚ ਉਹ ਕਾਮਯਾਬ ਰਹੇ ਸਨ। ਇਸ 12 ਅਕਤੂਬਰ ਨੂੰ ਰਾਜਮਾਤਾ ਵਿਜੈ ਰਾਜੇ ਸਿੰਧੀਆ ਜੀ ਦੀ ਵੀ ਜਯੰਤੀ ਹੈ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ। ਉਹ ਇੱਕ ਰਾਜ ਪਰਿਵਾਰ ਤੋਂ ਸਨ। ਉਨ੍ਹਾਂ ਦੇ ਕੋਲ ਸੰਪਤੀ, ਸ਼ਕਤੀ ਤੇ ਦੂਸਰੇ ਸਾਧਨਾਂ ਦੀ ਕੋਈ ਕਮੀ ਨਹੀਂ ਸੀ, ਲੇਕਿਨ ਫਿਰ ਵੀ ਉਨ੍ਹਾਂ ਨੇ ਆਪਣਾ ਜੀਵਨ ਇੱਕ ਮਾਂ ਵਾਂਗ ਪ੍ਰੇਮ ਭਾਵਨਾ ਦੇ ਨਾਲ ਜਨ ਸੇਵਾ ਦੇ ਲਈ ਬਤੀਤ ਕਰ ਦਿੱਤਾ। ਉਨ੍ਹਾਂ ਦਾ ਦਿਲ ਬਹੁਤ ਉਦਾਰ ਸੀ। ਇਸ 12 ਅਕਤੂਬਰ ਨੂੰ ਉਨ੍ਹਾਂ ਦੇ ਜਨਮ ਸ਼ਤਾਬਦੀ ਵਰ੍ਹੇ ਦੇ ਸਮਾਰੋਹ ਦਾ ਸਮਾਪਨ ਦਿਵਸ ਹੋਏਗਾ ਤੇ ਅੱਜ ਜਦੋਂ ਮੈਂ ਰਾਜ ਮਾਤਾ ਦੀ ਗੱਲ ਕਰ ਰਿਹਾ ਤਾਂ ਮੈਨੂੰ ਵੀ ਇੱਕ ਬਹੁਤ ਹੀ ਭਾਵੁਕ ਘਟਨਾ ਯਾਦ ਆਉਂਦੀ ਹੈ। ਵੈਸੇ ਤਾਂ ਉਹਨਾਂ ਦੇ ਨਾਲ ਬਹੁਤ ਸਾਲਾਂ ਤੱਕ ਕੰਮ ਕਰਨ ਦਾ ਮੌਕਾ ਮਿਲਿਆ, ਕਈ ਘਟਨਾਵਾਂ ਨੇ, ਲੇਕਿਨ ਮੇਰਾ ਮਨ ਕਰਦਾ ਹੈ ਕਿ ਅੱਜ ਇੱਕ ਘਟਨਾ ਦਾ ਜ਼ਿਕਰ ਜ਼ਰੂਰ ਕਰਾਂ। ਕੰਨਿਆ ਕੁਮਾਰੀ ਤੋਂ ਕਸ਼ਮੀਰ ਅਸੀਂ ਏਕਤਾ ਯਾਤਰਾ ਲੈ ਕੇ ਨਿਕਲੇ ਸੀ। ਡਾਕਟਰ ਮੁਰਲੀ ਮਨੋਹਰ ਜੋਸ਼ੀ ਦੀ ਅਗਵਾਈ ਵਿੱਚ ਯਾਤਰਾ ਚੱਲ ਰਹੀ ਸੀ। ਦਸੰਬਰ, ਜਨਵਰੀ, ਕੜਾਕੇ ਦੀ ਠੰਡ ਦੇ ਦਿਨ ਸਨ। ਅਸੀਂ ਰਾਤ ਨੂੰ ਲਗਭਗ 12-1 ਵਜੇ ਮੱਧ ਪ੍ਰਦੇਸ਼ ਗਵਾਲੀਅਰ ਦੇ ਕੋਲ ਸ਼ਿਵਪੁਰੀ ਪਹੁੰਚੇ। ਨਿਵਾਸ ਸਥਾਨ 'ਤੇ ਜਾ ਕੇ, ਕਿਉਂਕਿ ਦਿਨ ਭਰ ਦੀ ਥਕਾਨ ਹੁੰਦੀ ਸੀ, ਨਹਾ ਧੋ ਕੇ ਸੌਂਦੇ ਸੀ ਤੇ ਸਵੇਰੇ ਦੀ ਤਿਆਰੀ ਕਰ ਲੈਂਦੇ ਸੀ। ਲਗਭਗ 2 ਵਜੇ ਹੋਣਗੇ। ਮੈਂ ਨਹਾ ਧੋ ਕੇ ਸੌਣ ਦੀ ਤਿਆਰੀ ਕਰ ਰਿਹਾ ਸੀ ਤਾਂ ਦਰਵਾਜ਼ਾ ਕਿਸੇ ਨੇ ਖੜਕਾਇਆ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਰਾਜਮਾਤਾ ਸਾਹਿਬ ਸਾਹਮਣੇ ਖੜ੍ਹੇ ਸਨ। ਕੜਾਕੇ ਦੀ ਠੰਡ ਦੇ ਦਿਨ ਤੇ ਰਾਜਮਾਤਾ ਸਾਹਿਬ ਨੂੰ ਮੈਂ ਵੇਖ ਕੇ ਹੈਰਾਨ ਸੀ। ਮੈਂ ਮਾਂ ਨੂੰ ਪ੍ਰਣਾਮ ਕੀਤਾ। ਮੈਂ ਕਿਹਾ, ਮਾਂ, ਅੱਧੀ ਰਾਤ ਵੇਲੇ? ਬੋਲੇ, ਨਹੀਂ ਬੇਟਾ, ਤੁਸੀਂ ਅਜਿਹਾ ਕਰੋ, ਮੋਦੀ ਜੀ ਦੁੱਧ ਪੀ ਲਓ, ਇਹ ਗਰਮ ਦੁੱਧ ਪੀ ਕੇ ਹੀ ਸੌਂ ਜਾਣਾ। ਹਲਦੀ ਵਾਲਾ ਦੁੱਧ ਖੁਦ ਲੈ ਕੇ ਆਈ ਹਾਂ, ਲੇਕਿਨ ਜਦੋਂ ਦੂਸਰੇ ਦਿਨ ਮੈਂ ਵੇਖਿਆ, ਉਹ ਸਿਰਫ ਮੈਨੂੰ ਹੀ ਨਹੀਂ
ਸਾਡੀ ਯਾਤਰਾ ਦੀ ਵਿਵਸਥਾ ਵਿੱਚ ਜੋ 30-40 ਲੋਕ ਸਨ, ਉਨ੍ਹਾਂ 'ਚ ਡਰਾਈਵਰ ਵੀ ਸਨ, ਹੋਰ ਵੀ ਕਾਰਜਕਰਤਾ ਸਨ। ਹਰੇਕ ਦੇ ਕਮਰੇ ਵਿੱਚ ਜਾ ਕੇ ਖੁਦ ਉਨ੍ਹਾਂ ਨੇ ਰਾਤ ਨੂੰ 2 ਵਜੇ ਸਾਰਿਆਂ ਨੂੰ ਦੁੱਧ ਪਿਲਾਇਆ। ਮਾਂ ਦਾ ਪਿਆਰ ਕੀ ਹੁੰਦਾ ਹੈ, ਪ੍ਰੇਮ ਕੀ ਹੁੰਦਾ ਹੈ, ਉਸ ਘਟਨਾ ਨੂੰ ਮੈਂ ਕਦੇ ਵੀ ਭੁੱਲ ਨਹੀਂ ਸਕਦਾ। ਇਹ ਮੇਰਾ ਸੁਭਾਗ ਹੈ ਕਿ ਅਜਿਹੀਆਂ ਮਹਾਨ ਸ਼ਖਸੀਅਤਾਂ ਨੇ ਸਾਡੀ ਧਰਤੀ ਨੂੰ ਆਪਣੇ ਤਿਆਗ ਤੇ ਤਪੱਸਿਆ ਨਾਲ ਸਿੰਜਿਆ। ਆਓ ਅਸੀਂ ਸਾਰੇ ਮਿਲ ਕੇ ਇੱਕ ਅਜਿਹੇ ਭਾਰਤ ਦਾ ਨਿਰਮਾਣ ਕਰੀਏ ਜਿਸ ਤੇ ਇਨ੍ਹਾਂ ਮਹਾਂਪੁਰਖਾਂ ਨੂੰ ਮਾਣ ਮਹਿਸੂਸ ਹੋਵੇ, ਉਹਨਾਂ ਦੇ ਸੁਪਨੇ ਨੂੰ ਆਪਣਾ ਸੰਕਲਪ ਬਣਾਈਏ। ਮੇਰੇ ਪਿਆਰੇ ਦੇਸ਼ਵਾਸੀਓ, ਕੋਰੋਨਾ ਦੇ ਇਸ ਕਾਲਖੰਡ ਵਿੱਚ ਮੈਂ ਫਿਰ ਇੱਕ ਵਾਰ ਤੁਹਾਨੂੰ ਯਾਦ ਕਰਾਵਾਂਗਾ, ਮਾਸਕ ਜ਼ਰੂਰ ਪਹਿਨੋ, ਫੇਸ ਕਵਰ ਦੇ ਬਿਨਾਂ ਬਾਹਰ ਨਾ ਜਾਓ। 2 ਗਜ ਦੀ ਦੂਰੀ ਦਾ ਨਿਯਮ ਤੁਹਾਨੂੰ ਵੀ ਬਚਾ ਸਕਦਾ ਹੈ, ਤੁਹਾਡੇ ਪਰਿਵਾਰ ਨੂੰ ਵੀ ਬਚਾ ਸਕਦਾ ਹੈ। ਇਹ ਕੁਝ ਨਿਯਮ ਨੇ, ਇਸ ਕੋਰੋਨਾ ਦੇ ਖਿਲਾਫ ਲੜਾਈ ਦੇ ਹਥਿਆਰ ਨੇ, ਹਰ ਨਾਗਰਿਕ ਦੇ ਜੀਵਨ ਨੂੰ ਬਚਾਉਣ ਦੇ ਮਜ਼ਬੂਤ ਸਾਧਨ ਨੇ। ਅਸੀਂ ਨਾ ਭੁੱਲੀਏ, ਜਦੋਂ ਤੱਕ ਦਵਾਈ ਨਹੀਂ, ਉਦੋਂ ਤੱਕ ਢਿਲਾਈ ਨਹੀਂ। ਤੁਸੀਂ ਸਵਸਥ ਰਹੋ, ਤੁਹਾਡਾ ਪਰਿਵਾਰ ਸਵਸਥ ਰਹੇ। ਇਨ੍ਹਾਂ ਸ਼ੁਭਕਾਮਨਾਵਾਂ ਦੇ ਨਾਲ ਬਹੁਤ-ਬਹੁਤ ਧੰਨਵਾਦ। ਨਮਸਕਾਰ।